ਰੋਜ਼ਾਨਾ ਲੋਕ ਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਵੱਡੀ ਤੇ ਅਹਿਮ ਖਬਰ ਲੈ ਕੇ ਆ ਰਹੇ ਹਾਂ, ਜੋ ਸੂਤਰਾਂ ਦੇ ਹਵਾਲੇ ਤੋਂ ਸਾਡੇ ਤੱਕ ਪਹੁੰਚੀ ਹੈ। ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਜਿਹੜੀ ਸਾਡੇ ਤੱਕ ਪਹੁੰਚੀ, ਅਸੀਂ ਕਹਿ ਸਕਦੇ ਹਾਂ ਵੱਡੀ ਖਬਰ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈ ਉਹ ਆਪਣੀ ਹੀ ਪਾਰਟੀ ਕਾਂਗਰਸ ਦੇ ਅੰਦਰ ਆਪਣੇ ਖਿਲਾਫ ਵੱਧਦੀ ਹੋਈ ਬਗਾਵਤ ਨੂੰ ਦੇਖਦਿਆਂ ਕਿਹੜਾ ਵੱਡਾ ਐਕਸ਼ਨ ਲੈਣ ਦੇ ਲਈ ਮਜਬੂਰ ਹੁੰਦੇ ਦਿਖਾਈ ਦੇ ਰਹੇ ਨੇ, ਕਿਹੜੀ ਸੋਚਣ ਦੇ ਲਈ ਮਜਬੂਰ ਹੋ ਰਹੇ ਨੇ, ਕਿਹੜਾ ਵੱਡਾ ਕਦਮ ਚੁੱਕ ਸਕਦੇ ਨੇ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਹਾਈ ਕਮਾਨ, ਪਾਰਟੀ ਦੀ ਪੰਜਾਬ ਅੰਦਰ ਕਮਾਨ ਫੜਾ ਦਿੰਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਕੀ ਸੋਚਣ ਲਈ ਮਜਬੂਰ ਹੋ ਰਹੇ ਨੇ, ਕੀ ਸੋਚ ਰਹੇ ਨੇ, ਕੀ ਉਹਨਾਂ ਦੀ ਅਗਲੀ ਰਣਨੀਤੀ ਤੇ ਅਗਲਾ ਕਦਮ ਹੋਵੇਗਾ। ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ। ਇਸ ਪੂਰੀ ਖਬਰ ਤੇ ਦੱਸਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸੋਚਣੀ ਕੀ ਹੈ। ਜੇਕਰ ਨਵਜੋਤ ਕਪਤਾਨ ਬਣਦੇ ਨੇ ਪੰਜਾਬ ਕਾਂਗਰਸ ਦੇ ਤਾਂ ਕੈਪਟਨ ਅਮਰਿੰਦਰ ਸਿੰਘ ਕੀ ਕਰਨਗੇ। ਉਹਨਾਂ ਦੇ ਭਰੋਸੇਯੋਗ ਸੂਤਰਾਂ ਤੋਂ ਸਾਡੇ ਤੱਕ ਖਬਰਾਂ ਪਹੁੰਚੀਆਂ ਨੇ, ਉਹ ਖਬਰ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਗੱਲ ਜਿਹੜੀ ਦੱਸਾਂਗੇ, ਕੈਪਟਨ ਅਮਰਿੰਦਰ ਸਿੰਘ ਦਾ ਅਗਲਾ ਐਕਸ਼ਨ ਕੀ ਰਹਿਣ ਵਾਲਾ ਹੈ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਹਾਈ ਕਮਾਨ ਕਪਤਾਨ ਪੰਜਾਬ ਦਾ ਬਣਾ ਦਿੰਦੀ ਹੈ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਤੇ ਤੁਹਾਡੇ ਤੱਕ ਇਹ ਪੂਰੀ ਖਬਰ ਪਹੁੰਚਾਉਣ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਪ੍ਰੋਫੈਸਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ, ਮੈਂ ਚਾਹੁੰਦਾ ਕਿ ਇਹ ਖਬਰ ਜਿਹੜੀ ਹੈ ਇਹ ਤੁਹਾਡੇ ਮੂੰਹੋਂ ਹੀ ਆਪਣੇ ਦਰਸ਼ਕਾਂ ਨੂੰ ਆਪਾਂ ਦੱਸਣ ਦੀ ਕੋਸ਼ਿਸ਼ ਕਰੀਏ, ਸਮਝਾਉਣ ਦੀ ਕੋਸ਼ਿਸ਼ ਕਰੀਏ, ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਸਬੰਧ ਦੇ ਵਿੱਚ ਜਿਹੜੀ ਆਪਣੇ ਤੱਕ ਇਹ ਖਬਰ ਆਪਣੇ ਭਰੋਸੇਯੋਗ ਸੂਤਰਾਂ ਤੋਂ ਪਹੁੰਚੀ ਹੈ। ਬਿਲਕੁਲ ਸਿੱਧੂ ਸਾਹਿਬ, ਕਿਉਂਕਿ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਵਿੱਚ ਜੋ ਵਾਪਰਦਾ ਪਿਆ ਹੈ ਉਸ ਦੇ ਨਾਲ ਬੜੇ ਨੇੜੇ ਹੋ ਕੇ ਜੁੜੇ ਹਾਂ ਔਰ ਬਕਾਇਦਾ ਸਾਡੀ ਪੈਣੀ ਜਿਹੜੀ ਨਜ਼ਰ ਹੈ ਉਹ ਸਾਰੇ ਹਾਲਾਤਾਂ ਤੇ ਹੈ ਕਿ ਜੋ ਕੁਝ ਵਾਪਰਦਾ ਹੈ ਉਸ ਨੂੰ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਹਾਂ। ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਪੰਜਾਬ ਕਾਂਗਰਸ ਦੀ ਜਿਹੜੀ ਸਥਿਤੀ ਹੈ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣੀ ਔਰ ਨਵਜੋਤ ਸਿੱਧੂ ਉਸ ਸਥਿਤੀ ਤੇ ਪਹੁੰਚ ਚੁੱਕੇ ਨੇ ਕਿ ਜਿੱਥੇ ਅਸੀਂ ਆਖਦੇ ਹਾਂ ਕਿ ਇੱਕ ਮਿਆਦ 'ਚ ਦੋ ਤਲਵਾਰਾਂ ਜਿਹੜੀਆਂ ਕਦੇ ਇਕੱਠੀਆਂ ਨਹੀਂ ਰਹਿ ਸਕਦੀਆਂ। ਹੁਣ ਦੋਵਾਂ ਦੇ ਵਿਚਕਾਰ ਜਿਹੜੀ ਸਥਿਤੀ ਹੈ ਉਸ ਮੁਕਾਮ ਤੇ ਪਹੁੰਚ ਗਈ ਹੈ ਤੇ ਇਸੇ ਸੰਦਰਭ ਦੇ ਵਿੱਚ ਜਿਹੜੇ ਸਿਆਸੀ ਗਲਿਆਰੇ ਨੇ ਉਹਨਾਂ ਤੋਂ ਸਾਨੂੰ ਆਪਣੇ ਭਰੋਸੇਯੋਗ ਸੂਤਰ ਜਿਹੜੇ ਨੇ, ਭਰੋਸੇਯੋਗ ਸ਼ਬਦ ਮੈਂ ਕਹਿ ਰਿਹਾ, ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਜਿਹੜੀ ਸਾਡੇ ਤੱਕ ਪਹੁੰਚੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਸੂਰਤ ਦੇ ਵਿੱਚ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਉਹਦੇ ਤੱਕ ਪਹੁੰਚਣ ਨਹੀਂ ਦੇਣਗੇ ਔਰ ਹਰ ਤਰੀਕੇ ਦੇ ਨਾਲ ਉਹ ਆਪਣਾ ਸ਼ਕਤੀ ਪ੍ਰਦਰਸ਼ਨ ਕਰਕੇ ਜਿਹੜੀ ਕਾਂਗਰਸ ਦੀ ਹਾਈ ਕਮਾਨ ਹੈ ਉਸ ਨੂੰ ਚੁੱਕਣ ਵਾਸਤੇ ਮਜਬੂਰ ਕਰ ਸਕਦੇ ਨੇ। ਪਰ ਜਿਹੜੀ ਦੂਜੇ ਪਾਸੇ ਇਸ ਦੇ ਨਾਲ ਜਿਹੜੀ ਸੰਬੰਧਿਤ ਖਬਰ ਆ ਉਹ ਖਾਸ ਤੌਰ ਤੇ ਜਿਹੜੀ ਦਿਲਚਸਪੀ ਦੀ ਮੰਗ ਕਰਦੀ ਉਹ ਇਹ ਆ ਕਿ ਜੇਕਰ ਇਸ ਸਭ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਇਸ ਸ਼ਕਤੀ ਪ੍ਰਦਰਸ਼ਨ ਨੂੰ ਜਾਂ ਉਹਨਾਂ ਦੀ ਜਿਹੜੀ ਇੱਕ ਧੜਾ ਹੈ ਜਾਂ ਉਹਨਾਂ ਦੀ ਸਥਿਤੀ ਨੂੰ ਨਜ਼ਰ ਅੰਦਾਜ਼ ਕਰਦੇ ਕਾਂਗਰਸ ਹਾਈ ਕਮਾਨ ਨਵਜੋਤ ਸਿੱਧੂ ਨੂੰ ਇਹ ਮੁੱਢਲੀ ਜ਼ਿੰਮੇਵਾਰੀ ਦਿੰਦੀ ਹੈ, ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ, ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੰਦੀ ਹੈ ਜਾਂ ਕੋਈ ਹੋਰ ਅਹੁਦਾ ਦੇ ਕੇ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਕਰਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਉਸ ਨੂੰ ਆਪਣੀ ਮਤਲਬ ਇੱਜ਼ਤ ਦਾ ਮਸਲਾ, ਆਪਣੀ ਨੱਕ ਦਾ ਮਸਲਾ ਬਣਾ ਕੇ ਇੱਕ ਨਵੀਂ ਪਾਰਟੀ ਜਿਹੜੀ ਆ ਉਹ ਗਠਿਤ ਕਰ ਸਕਦੇ ਨੇ ਔਰ ਉਸ ਕਿਉਂਕਿ ਅੱਜ ਦੇ ਤਰੀਕ ਦੇ ਵਿੱਚ ਜਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ 40 ਦੇ ਕਰੀਬ ਵਿਧਾਇਕ ਨੇ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਹੋਏ ਨੇ ਔਰ ਉਹਨਾਂ 40 ਵਿਧਾਇਕਾਂ ਦੇ ਸਿਰ ਤੇ ਹੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਉਹ ਹਾਈ ਕਮਾਨ ਨੂੰ ਅੱਖਾਂ ਦਿਖਾ ਸਕਦੇ ਨੇ ਔਰ ਇਸ ਗੱਲ ਤੇ ਉਹ ਬਜ਼ਿੱਦ ਨੇ ਕਿ ਕਿਸੇ ਵੀ ਸੂਰਤ ਵਿੱਚ ਨਵਜੋਤ ਸਿੱਧੂ ਉਹਨਾਂ ਦੇ ਹੁਣ ਸਾਹਮਣੇ ਨਹੀਂ ਬੈਠੇਗਾ ਤਾਂ ਨਾ ਹੀ ਉਹ ਬੈਠਣ ਨੂੰ ਉਹ ਆਪਣੇ ਸਾਹਮਣੇ ਬਿਠਾਉਣ ਨੂੰ ਤਿਆਰ ਨੇ। ਅਜਿਹੀ ਸੂਰਤ ਵਿੱਚ ਜੇਕਰ ਹਾਈ ਕਮਾਨ ਨਵਜੋਤ ਸਿੱਧੂ ਦੇ ਹੱਕ ਵਿੱਚ ਭੁਗਤਦੀ ਆ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦਾ ਧੜਾ ਪੰਜਾਬ ਦੇ ਅੰਦਰ ਇੱਕ ਵੱਖਰੀ ਪਾਰਟੀ ਜਿਹੜੀ ਆ ਉਹ ਬਣਾਉਣ ਵਾਸਤੇ ਮਜਬੂਰ ਹੋਏਗਾ। ਇਹ ਜੋ ਸੂਤਰਾਂ ਤੋਂ ਸਾਡੇ ਤੱਕ ਖਬਰ ਪਹੁੰਚੀ ਹੈ। ਇਹਦੇ ਵਿੱਚ ਇਹ ਹੈ ਕਿ ਅਣਖੀ ਸਾਹਿਬ ਦੇ ਮੁਤਾਬਿਕ ਜੇਕਰ ਨਵਜੋਤ ਸਿੰਘ ਸਿੱਧੂ ਦੇ ਹੱਥ ਦੇ ਵਿੱਚ ਪੰਜਾਬ ਕਾਂਗਰਸ ਦੀ ਕਮਾਨ ਆਉਂਦੀ ਹੈ ਤਾਂ ਕੈਪਟਨ ਧੜਾ ਇਹ ਸੋਚਣ ਲਈ ਮਜਬੂਰ ਹੋ ਚੁੱਕਿਆ ਹੈ ਤੇ ਸੋਚ ਰਿਹਾ ਹੈ ਕਿ ਇਹ ਜਿਹੜੀ ਸਾਨੂੰ ਨਵੀਂ ਪਾਰਟੀ ਬਣਾ ਲੈਣੀ ਚਾਹੀਦੀ ਹੈ ਜਾਂ ਬਣਾਉਣ ਬਾਰੇ ਉਹ ਸੋਚ ਰਹੇ ਨੇ। ਅਣਖੀ ਸਾਹਿਬ, ਇੱਕ ਵਾਰੀ ਆਪਾਂ ਫਿਰ ਜਿਹੜੀ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਜਾਣਕਾਰੀ, ਕੋਈ ਬਹੁਤ ਸਾਰੇ ਲੋਕ ਜਿਹੜੇ ਇਹ ਵੀ ਗੱਲਾਂ ਸੋਚ ਲੈਂਦੇ ਆ ਕਿ ਭਾਈ ਅੱਜ ਕੱਲ੍ਹ ਚੈਨਲ ਜਾਂ ਪੱਤਰਕਾਰ ਜਿਹੜੇ ਹੈ
ਉਹ ਖਬਰਾਂ ਜਲਦ ਤੋਂ ਜਲਦ ਜਿਹੜਾ ਪਾਉਣ ਦੇ ਚੱਕਰ ਦੇ ਵਿੱਚ ਕੋਈ ਭਰੋਸੇਯੋਗਤਾ ਨਹੀਂ ਦਿਖਾਉਂਦੇ। ਇਸ ਖਬਰ ਦੇ ਵਿੱਚ ਆਪਾਂ ਜੇ ਆਪਣੇ ਦਰਸ਼ਕਾਂ ਨੂੰ ਤੁਹਾਡੇ ਮੂੰਹੋਂ ਸਮਝਾਉਣਾ ਹੋਵੇ, ਕਿੰਨੀ ਕੁ ਭਰੋਸੇਯੋਗਤਾ ਆਪਾਂ ਇਸ ਕਹਿ ਸਕਦੇ ਹਾਂ ਜਿਹੜੇ ਆਪਾਂ ਨੂੰ ਸੂਤਰਾਂ ਨੇ ਇਹ ਆਪਣੇ ਤੱਕ ਖਬਰ ਪਹੁੰਚਾਈ ਹੈ? ਦੇਖੋ ਕਿ ਜਿਹੜੇ ਇਹ ਭਰੋਸੇਯੋਗ ਸੂਤਰ ਨੇ, ਇਹ ਕੈਪਟਨ ਅਮਰਿੰਦਰ ਦੇ ਨੇੜਲੇ ਸਾਥੀਆਂ ਦੇ ਰਾਹੀਂ ਹੀ ਇਹ ਖਬਰ ਜਿਹੜੀ ਆ ਅੱਜ ਸਾਡੇ ਤੱਕ ਇਹ ਪਹੁੰਚੀ ਹੈ, ਜਿੱਥੋਂ ਅਸੀਂ ਇਹ ਅਨੁਮਾਨ ਲਾ ਰਹੇ ਹਾਂ। ਔਰ ਬਾਕੀ ਪਿਛਲੇ ਦੌਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਨੂੰ ਵੀ ਵੇਖਿਆ ਜਾਵੇ ਤਾਂ ਉਹ ਇਹੋ ਜਿਹੇ ਅਦਲਾ ਬਦਲਾ ਜਿਹੜੇ ਉਹ ਕਰਦੇ ਰਹੇ ਨੇ। ਜੇਕਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਰਾਜਨੀਤਿਕ ਜੀਵਨ ਤੇ ਅਸੀਂ ਝਾਤੀ ਮਾਰਦੇ ਹਾਂ ਤਾਂ ਉਹ 1980 ਦੇ ਵਿੱਚ ਰਾਜੀਵ ਗਾਂਧੀ ਦੇ ਪ੍ਰਭਾਵ ਸਦਕਾ ਕਾਂਗਰਸ ਪਾਰਟੀ ਦੇ ਵਿੱਚ ਜੁਆਇਨ ਉਹਨਾਂ ਨੇ ਕੀਤਾ ਸੀ, ਕਾਂਗਰਸ ਪਾਰਟੀ ਵਿੱਚ ਆਏ ਸੀ। ਔਰ ਉਸ ਮਗਰੋਂ ਉਹਨਾਂ ਨੇ ਲੋਕ ਸਭਾ ਦੀ ਇਲੈਕਸ਼ਨ ਲੜੀ। 1980 ਤੋਂ ਲੈ ਕੇ 1984 ਤੱਕ ਉਹ ਲੋਕ ਸਭਾ ਦੇ ਮੈਂਬਰ ਰਹੇ। ਉਸ ਤੋਂ ਬਾਅਦ ਫਿਰ ਜਦੋਂ ਪੰਜਾਬ ਦੇ ਅੰਦਰ ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਉਸ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਜਿਹੜਾ ਸੀ ਅਸਤੀਫਾ ਦੇ ਦਿੱਤਾ ਸੀ ਔਰ ਉਹਨਾਂ ਨੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ ਔਰ ਬਕਾਇਦਾ ਇਲੈਕਸ਼ਨ ਲੜੀ। ਔਰ ਸੁਰਜੀਤ ਸਿੰਘ ਬਰਨਾਲਾ ਦੀ ਉਸ ਵੇਲੇ ਆਈ ਥਿੰਕ ਮੁੱਖ ਮੰਤਰੀ ਸਨ ਔਰ ਉਹਨਾਂ ਦੀ ਵਜ਼ਾਰਤ ਦੇ ਵਿੱਚ ਉਹ ਖੇਤੀਬਾੜੀ ਮੰਤਰੀ ਰਹੇ। ਫਿਰ ਉਸ ਤੋਂ ਮਗਰੋਂ ਉਹਨਾਂ ਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਔਰ ਬਰਨਾਲੇ ਦਾ ਆਪਸੀ ਝਗੜਾ ਪਿਆ ਔਰ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਦਾ ਜਿਹੜਾ ਟੁੱਟ ਗਿਆ, ਉਸ ਨੂੰ ਬਰਨਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ 1987 ਦੇ ਵਿੱਚ। ਤੇ ਜਦੋਂ ਉਹ ਟੁੱਟ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਜਦੋਂ ਫਿਰ ਇਲੈਕਸ਼ਨ ਹੋਈ ਤਾਂ ਉਹਦੇ ਵਿੱਚ ਇਹਨਾਂ ਨੂੰ ਟਿਕਟ ਜਿਹੜੀ ਸੀ ਕੈਪਟਨ ਅਮਰਿੰਦਰ ਨੂੰ ਟਿਕਟ ਨਹੀਂ ਸੀ ਦਿੱਤੀ, ਜਿਹਦੇ ਵਿਰੋਧ ਦੇ ਵਿੱਚ ਆ ਕੇ 1992 ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਪੰਥਕ ਬਣਾਇਆ, ਕੇਵਲ ਔਰ ਕੇਵਲ ਇਸ ਜਿੱਦ ਦੇ ਕਰਕੇ ਕਿ ਮੈਨੂੰ ਬਾਦਲ ਨੇ ਜਿਹੜੀ ਟਿਕਟ ਜਿਹੜੀ ਉਹ ਨਹੀਂ ਦਿੱਤੀ ਜਾਂ ਬਾਦਲ ਨੂੰ ਕੋਈ ਇਸ ਤਰ੍ਹਾਂ ਦਾ ਜਿਹੜਾ ਚੱਕਰ ਪਿਆ ਸੀ। ਫਿਰ ਉਸ ਤੋਂ ਜਦੋਂ 1992 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਥਕ ਬਣਾਇਆ ਔਰ ਉਹ ਕਿਤੇ ਵੀ ਸ਼ਾਨਦਾਰ ਪ੍ਰਦਰਸ਼ਨ ਨਹੀਂ ਸੀ ਕਰ ਸਕਿਆ। ਇਵਨ ਕਿ ਇਹ ਪਟਿਆਲੇ ਤੋਂ ਹੀ ਸੀਟ ਹਾਰ ਗਈ ਸੀ ਔਰ ਜਿਹੜੀ ਲੋਕ ਸਭਾ ਦੀ ਸੀਟ ਸੀ ਪ੍ਰੇਮ ਸਿੰਘ ਚੰਦੂਮਾਜਰੇ ਨੇ ਇਹਨਾਂ ਨੂੰ ਬੜੀ ਕਰਾਰੀ ਜਿਹੜੀ ਸ਼ਿਕਸਤ ਜਿਹੜੀ ਸੀ ਉਹ ਦਿੱਤੀ ਸੀ। ਉਸ ਤੋਂ ਬਾਅਦ ਇਹ ਫਿਰ 1997 ਦੇ ਵਿੱਚ ਫਿਰ ਇਹ ਕਾਂਗਰਸ ਪਾਰਟੀ ਚਲੇ ਗਏ ਔਰ ਫਿਰ ਉਸ ਤੋਂ ਮਗਰੋਂ 2002 ਦੀ ਜਿਹੜੀ ਇਲੈਕਸ਼ਨ ਸੀ ਉਹ ਲੜੀ। ਇਹ ਕੇਵਲ ਰਾਜਨੀਤਿਕ ਜੀਵਨ ਦਾ ਵੇਰਵਾ ਦੇਣ ਦਾ ਮਨੋਰਥ ਤੇ ਇਹੋ ਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਸ਼ਕਤੀ ਨੂੰ ਅਸੀਂ ਕਹਿ ਸਕਦੇ ਹਾਂ ਕਿ ਪਾਵਰ ਸੀਕਰ ਰਹੇ ਨੇ, ਕਿਉਂਕਿ ਉਹ ਬੁਨਿਆਦੀ ਤੌਰ ਤੇ ਰਾਜਸੀ ਪਰਿਵਾਰ ਵਿੱਚੋਂ ਆਉਂਦੇ ਨੇ ਤੇ ਰਾਜਸੀ ਪਰਿਵਾਰ ਦੀ ਇਹ ਇੱਕ ਅਸੀਂ ਕਹਿ ਸਕਦੇ ਕਿ ਇੱਕ ਇੱਛਾ ਹੁੰਦੀ ਕਿ ਜੋ ਮਰਜ਼ੀ ਹੋ ਜਾਵੇ, ਜਿਹੜੀ ਸ਼ਕਤੀ ਹੈ ਉਹ ਸਾਡੇ ਹੱਥ 'ਚ ਰਹਿਣੀ ਚਾਹੀਦੀ ਹੈ। ਅਸੀਂ ਉਹਨਾਂ ਸਥਿਤੀਆਂ ਨੂੰ ਜੇਕਰ ਅੱਜ ਦੇ ਸੰਦਰਭ 'ਚ ਵਾਚ ਲਈਏ ਤਾਂ ਅੱਜ ਵੀ ਸਥਿਤੀਆਂ ਬਿਲਕੁਲ ਉਸੇ ਤਰ੍ਹਾਂ ਦੀਆਂ ਬਣੀਆਂ ਨੇ, ਕਿਉਂਕਿ ਇਸ ਵੇਲੇ ਪੰਜਾਬ ਕਾਂਗਰਸ ਦੇ ਵਿੱਚ ਘਮਸਾਨ ਜਿਹੜਾ ਮਚਿਆ ਹੋਇਆ। ਉਸ ਘਮਸਾਨ ਦੇ ਵਿੱਚ ਜਿਹੜੇ 40 ਜਿਹੜੇ MLA ਨੇ 40 ਉਹ ਬਿਲਕੁਲ ਕੈਪਟਨ ਅਮਰਿੰਦਰ ਦੇ ਨਾਲ ਖੜੇ ਨੇ, ਅਸੀਂ ਜਿਸ ਤਰ੍ਹਾਂ ਕਹਿ ਸਕਦੇ ਹਾਂ। ਔਰ ਦੂਸਰੇ ਬੰਨੇ ਜਿਹੜੇ 30-35 ਨੇ ਉਹ ਦੂਸਰੇ ਪਾਸੇ ਨੇ, ਜਿਹੜਾ ਵਿਰੋਧ ਜਿਹੜਾ ਚੱਲਦਾ ਪਿਆ। ਹੁਣ ਇਹ ਜਿਹੜੀ ਵਿਰੋਧ ਦੀ ਸਥਿਤੀ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਇਸ ਸਥਿਤੀ ਤੋਂ ਭਲੀ ਭਾਂਤ ਜਾਣੂ ਆ ਕਿ ਇਹ ਵਿਰੋਧ ਹੁਣ ਜਿਹੜਾ ਰੁਕਣ ਵਾਲਾ ਨਹੀਂ ਹੈ। ਕਿਉਂਕਿ ਮੈਂ ਇੱਥੇ ਰੋਕਣਾ ਚਾਹਾਂਗਾ, ਜਿਸ ਤਰੀਕੇ ਤੁਸੀਂ ਗਿਣਤੀ ਦੱਸੀ ਹੈ ਕਿ 40 ਵਿਧਾਇਕ ਜਿਹੜੇ ਹੈਗੇ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ 'ਚ ਨੇ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨੇ। ਜਦੋਂ ਮੇਰੀ ਗੱਲਬਾਤ ਹੋਈ ਸੀ ਤਾਂ ਬਹੁਤ ਸਾਰੇ MLA ਸੀਗੇ, ਜਿਹੜੇ 25 ਤੋਂ 30 MLA ਜਿਹੜੇ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੇ ਸੀ, ਪਰ ਉਹਦੇ ਵਿੱਚੋਂ ਬਹੁਤੇ MLA ਇਹੋ ਜਿਹੇ ਸੀ ਜਿਹੜੇ ਕਹਿੰਦੇ ਸੀ ਕਿ ਭਾਈ ਜੇ ਤਾਂ ਨਵਜੋਤ ਰਹੇਗਾ ਕਾਂਗਰਸ 'ਚ ਤਾਂ ਫਿਰ ਖੜਾਂਗੇ ਸ਼ਰੇਆਮ ਨਵਜੋਤ ਦੇ ਨਾਲ, ਜੇ ਉਹਨੇ ਪਾਰਟੀ ਛੱਡੀ ਤਾਂ ਸ਼ਾਇਦ ਅਸੀਂ ਪਾਰਟੀ ਛੱਡ ਕੇ ਸਾਡੇ ਲਈ ਨਵਜੋਤ ਦੇ ਨਾਲ ਜਾਣਾ ਔਖਾ ਹੋਊ। ਅੱਜ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਕਾਂਗਰਸ ਦੇ ਵਿੱਚ ਨੇ, ਕਾਂਗਰਸ ਦੇ ਮੁੱਖ ਮੰਤਰੀ ਨੇ। ਸਭ ਤੋਂ ਵੱਧ ਪਾਵਰ ਜੇ ਤਾਂ ਕਾਂਗਰਸ ਪੰਜਾਬ ਦੇ ਵਿੱਚ ਆਪਾਂ ਕਹੀਏ ਤਾਂ ਕੈਪਟਨ ਅਮਰਿੰਦਰ ਸਿੰਘ ਕੋਲੇ ਹੈ, ਜਿਹਦੇ ਕਰਕੇ 40 MLA ਉਹਨਾਂ ਦੇ ਨਾਲ ਖੜੇ ਨੇ। ਪਰ ਹੁਣ ਸਵਾਲ ਇਹ ਹੈ ਕਿ ਜੇਕਰ ਕਾਂਗਰਸ ਪਾਰਟੀ ਨੂੰ ਛੱਡ ਕੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਵੱਖਰੀ ਪਾਰਟੀ ਜੇਕਰ ਮੰਨ ਲਈਏ ਵੀ ਜੇ ਬਣਾਉਂਦੇ ਵੀ ਨੇ ਤਾਂ ਉਹਨਾਂ ਦੇ ਨਾਲ ਕਿਹੜੇ ਜਾਣਗੇ, ਕਿਹੜੇ ਕਾਂਗਰਸ ਤੋਂ ਬਾਹਰ ਛਾਲ ਮਾਰਨਗੇ, ਇਹ ਵੀ ਦੇਖਣ ਵਾਲੀ ਗੱਲ ਹੈ। ਪੂਰੇ ਦੇ ਪੂਰੇ ਆਪਾਂ ਮੰਨ ਸਕਦੇ ਹਾਂ ਕਿ 40 ਦੇ 40 ਜਾਣਗੇ। ਮੈਂ ਉਸੇ ਤੁਹਾਡੇ ਇਸੇ ਪ੍ਰਸ਼ਨ ਨੂੰ ਲਾ ਰਿਹਾ ਸਾਂ ਕਿ 40 MLA ਇਹ ਉਹ MLA ਨੇ ਜਾਂ ਮੰਤਰੀ ਨੇ ਜਾਂ ਵਿਧਾਇਕ ਨੇ ਜਿਹੜੇ ਇਸ ਵੇਲੇ ਮੌਜੂਦਾ ਸਮੇਂ 'ਚ ਸੱਤਾ ਦਾ ਨਿੱਘ ਮਾਣਦੇ ਪਏ ਆ। ਔਰ ਦੇਖੋ ਇਹਨਾਂ 40 ਇਸ ਵੇਲੇ ਤਾਂ ਕੈਪਟਨ ਅਮਰਿੰਦਰ ਦੇ ਨਾਲ ਨੇ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਪੰਜਾਬ ਕਾਂਗਰਸ ਦੇ ਵਿੱਚ ਉਹਨਾਂ ਦਾ ਇੱਕ ਮਜ਼ਬੂਤ ਅਕਸ ਹੈਗਾ ਜਿਹੜਾ ਹਾਈਕਮਾਨ ਵੀ ਬਣਦੀ ਹੈ। ਪਰ ਹਾਂ, ਜੇਕਰ ਉਹ ਇੱਕ ਵੱਖਰੀ ਪਾਰਟੀ ਬਣਾਉਂਦੇ ਨੇ, ਜਿਸ ਤਰੀਕੇ ਨਾਲ ਸਾਨੂੰ ਇੱਕ ਜਾਣਕਾਰੀ ਜਿਹੜੀ ਮਿਲ ਰਹੀ ਆ, ਅਗਰ ਉਹ ਦੂਜੇ ਪਾਸੇ ਜਾਂਦੇ ਨੇ ਤਾਂ ਇਹਨਾਂ 40 ਤੇ ਜ਼ਰੂਰੀ ਨਹੀਂ ਕਿ ਇਹਨਾਂ 40 ਦੇ ਵਿੱਚੋਂ 40 ਹੀ ਉਹਦੇ ਨਾਲ ਤੁਰ ਪੈਣਗੇ। ਉਹ ਹਾਲਤ ਜਿਹੜੀ ਆ ਹੋਰ ਪਤਲੀ ਜਿਹੜੀ ਆ ਹੋ ਸਕਦੀ। ਉਹਨਾਂ 40 ਦੇ ਵਿੱਚੋਂ ਹੋ ਸਕਦਾ ਕਿ ਕੇਵਲ ਜਿਹੜੇ 10 ਗਿਣਤੀ ਦੇ ਬੰਦੇ ਨੇ ਜਿਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਹੋਣਾ ਤੋਂ ਬਿਨਾਂ ਕੋਈ ਆਧਾਰ ਹੀ ਨਹੀਂ ਆ, ਕੇਵਲ ਉਹ ਜਾਵੇ
ਪਰ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਜੋ ਕੈਪਟਨ ਅਮਰਿੰਦਰ ਸਿੰਘ ਹੋਣੀ ਆ, ਉਹ ਇਸ ਗੱਲ ਨੂੰ ਸੋਚਦੇ ਪਏ ਨੇ ਕਿ ਇਹ 40 ਬੰਦੇ ਜਿਹੜੇ ਨੇ ਸ਼ਾਇਦ ਮੇਰੇ ਨਾਲ ਨੇ, ਜਾਂ ਇਹ ਮੇਰੇ ਨਾਲ ਮੇਰੀ ਸਥਿਤੀ ਨੂੰ ਮਜ਼ਬੂਤ ਕਰਨਗੇ। ਪਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਹੋਣੀ ਅਜਿਹਾ ਕੁਝ ਕਰਦੇ ਨੇ ਤਾਂ ਫਿਰ ਉਸ ਵਕਤ ਜਿਹੜੀ ਉਹਨਾਂ ਦੇ ਨਾਲ ਕੌਣ ਕੌਣ ਨਿੱਤਰਦਾ ਹੈ। ਦੂਜੇ ਪਾਸੇ ਤੁਸੀਂ ਨਵਜੋਤ ਸਿੱਧੂ ਦੀ ਗੱਲ ਕੀਤੀ ਕਿ ਨਵਜੋਤ ਸਿੱਧੂ, ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈ ਕਿ ਉਹਨਾਂ ਨੇ MLA ਨੇ ਕਿਹਾ ਸੀ ਕਿ ਜੇਕਰ ਨਵਜੋਤ ਸਿੱਧੂ ਕਾਂਗਰਸ ਪਾਰਟੀ ਚ ਰਹਿ ਗਿਆ ਤਾਂ ਅਸੀਂ ਇਸ ਦਾ ਸਾਥ ਦਾਂਗੇ। ਹੁਣ ਸਥਿਤੀ ਇਹ ਆ ਕਿ ਨਵਜੋਤ ਸਿੱਧੂ ਕਿਸੇ ਵੀ ਸੂਰਤ ਚ ਪਾਰਟੀ ਨੂੰ ਛੱਡੇਗਾ ਨਹੀਂ, ਕਿਉਂਕਿ ਉਹ ਜਿੱਥੇ ਪਹਿਲਾਂ ਸੀ ਉੱਥੇ ਹੀ ਉਹ ਅੱਜ ਆ। ਮਤਲਬ ਵਜ਼ਾਰਤ ਦੀ ਗੱਲ ਕਰ ਰਿਹਾ ਮੈਂ, ਜਿੱਥੇ ਅੱਜ ਤੋਂ 2.5 ਸਾਲ ਪਹਿਲਾਂ ਸੀ ਉਹਦੀ ਸਥਿਤੀ ਅੱਜ ਦੀ ਜਿਉਂ ਦੀ ਤਿਉਂ ਹੈ। ਪਰ ਹਾਂ, ਉਸਦਾ ਰਾਜਨੀਤਿਕ ਪੱਧਰ ਤੇ ਕੱਦ ਕਾਠ ਜ਼ਰੂਰ ਵੱਡਾ ਹੋਇਆ, ਲੋਕਾਂ 'ਚ ਉਹ ਚਰਚਾ ਦਾ ਵਿਸ਼ਾ ਬਣਿਆ, ਕਿਉਂਕਿ ਉਹਨੇ ਉਹ ਚੀਜ਼ਾਂ ਨੂੰ ਉਠਾਇਆ ਕਿ ਜਿਹੜੀ ਇਸ ਵੇਲੇ ਸਮੇਂ ਦੀ ਮੰਗ ਹੈ। ਸੋ ਇਹਦੇ ਵਿੱਚ ਨਵਜੋਤ ਸਿੱਧੂ ਦਾ ਕੋਈ ਨੁਕਸਾਨ ਜਿਹੜਾ ਨਹੀਂ ਹੋ ਰਿਹਾ। ਨੁਕਸਾਨ ਸਿਰਫ ਔਰ ਸਿਰਫ ਕਿਹਦਾ ਹੋ ਰਿਹਾ? ਕੈਪਟਨ ਅਮਰਿੰਦਰ ਸਿੰਘ ਦਾ ਹੋ ਰਿਹਾ। ਜੇਕਰ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਵੱਖਰਾ ਧੜਾ ਬਣਾਉਂਦੇ ਨੇ ਤੇ ਜਿਹੜੀ 40 ਦੀ ਗਿਣਤੀ ਹੈ ਉਹ ਸਿਮਟ ਕੇ ਕੇਵਲ 15 ਜਾਂ 20 ਤੱਕ ਪਹੁੰਚ ਸਕਦੀ ਹੈ। ਤੇ 15-20 ਤੋਂ ਲੈ ਕੇ ਉਹ ਕਿਸੇ ਪਾਸੇ ਜਾ ਨਹੀਂ ਸਕਦੇ। ਕੱਲ ਇੱਕ ਸਿਆਸੀ ਗਲਿਆਰਾ ਦੇ ਇੱਕ ਪੰਡਤ ਨੇ ਇਹ ਵੀ ਗੱਲ ਸਾਡੇ ਨਾਲ ਸ਼ੇਅਰ ਕੀਤੀ ਕਿ ਭਾਈ ਸਾਹਿਬ, ਹੋ ਸਕਦਾ ਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲੱਗਦਾ ਕਿ ਕਾਂਗਰਸ ਤੇ ਅਕਾਲੀ ਦਲ ਦੇ ਨਾਲ ਫਰੈਂਡਲੀ ਮੈਚ ਖੇਡ ਰਹੇ ਆ, ਤੇ ਕੱਲ ਨੂੰ ਆਪਣੇ 15-20 MLA ਲੈ ਕੇ ਅਕਾਲੀ ਦਲ ਦੀ ਹਮਾਇਤ ਲਾ ਕੇ ਵੀ ਇਹ ਸਰਕਾਰ ਬਣਾ ਸਕਦੇ ਆ। ਚਲੋ, ਉਸਨੇ ਹਾਸੇ 'ਚ ਗੱਲ ਕੀਤੀ, ਕਹਿੰਦਾ ਕਿ ਸੱਤਾ ਦੇ ਵਿੱਚ ਜੋ ਸੱਤਾ 'ਚ ਬੰਦੇ ਨੇ ਰਹਿਣਾ ਤਾਂ ਬੜਾ ਕੁਝ ਵਾਪਰ ਸਕਦਾ। ਇਹ ਚਲੋ ਇੱਕ ਉਸਨੇ ਇਸ ਲਿਹਾਜ਼ ਨਾਲ ਗੱਲ ਕੀਤੀ ਜਾਂ ਮਜ਼ਾਕ 'ਚ ਗੱਲ ਕੀਤੀ, ਪਰ ਜਿਹੜੀ ਮੌਜੂਦਾ ਕੰਡੀਸ਼ਨ ਹੈ, ਮੌਜੂਦਾ ਸਥਿਤੀ ਆ, ਉਹ ਸਥਿਤੀ ਇਹੋ ਹੀ ਆ ਕਿ ਉਹ ਸੋਚਦੇ ਪਏ ਨੇ ਕਿ ਜ਼ਰੂਰ ਦੂਜੇ ਪਾਸੇ ਜਾਣ ਵੇਲੇ। ਪਰ ਹਾਂ, ਜੇਕਰ ਉਹ ਜਾਂਦੇ ਨੇ ਤਾਂ ਫਿਰ ਸਥਿਤੀ ਜ਼ਰੂਰੀ ਨਹੀਂ ਕਿ 40 ਲੈ ਕੇ ਜਾਣਗੇ, ਉਹ 15-20 ਕੇਵਲ ਬੰਦੇ ਉਹੀ ਉਹਨਾਂ ਦੇ ਨਾਲ ਡਟ ਕੇ ਖਲੋ ਸਕਦੇ ਨੇ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਅਸੀਂ ਕਰ ਰਹੇ ਹਾਂ। ਪਰ ਪ੍ਰੋਫੈਸਰ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ, ਆਪਣੇ ਕੋਲ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਠੀਕ ਹੈ, ਭਰੋਸੇਯੋਗ ਸੂਤਰਾਂ ਤੋਂ ਆਈ ਖਬਰ ਹੈ, ਪਰ ਜਿਸ ਤਰੀਕੇ ਦੇ ਨਾਲ 3-4 ਮੰਤਰੀ ਜਿਹੜੇ ਵਿਰੋਧ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦਾ, ਤਾਂ 7 ਮੰਤਰੀ ਉਹਨਾਂ ਦੇ ਆਪਣੇ ਹੱਕ ਦੇ ਵਿੱਚ ਵੀ ਨੇ। 4 ਮੰਤਰੀ ਅੱਜ ਬੋਲੇ, 3 ਮੰਤਰੀਆਂ ਨੇ ਪਹਿਲਾਂ ਐਪਲੀਕੇਸ਼ਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਭੇਜੀ ਹੈ। ਤਾਂ ਫਿਰ ਕਿਵੇਂ ਦੇਖਦੇ ਹੋ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਇਹ ਵੱਡਾ ਕਦਮ ਚੁੱਕ ਰਹੇ ਨੇ, ਤਾਂ ਫਿਰ ਇਹ ਬਿਆਨ ਜਿਹੜੇ ਅੱਜ 4 ਮੰਤਰੀਆਂ ਦਾ ਲੱਗਿਆ ਹੈ, ਤੇ ਇਹ ਵੀ ਫਿਰ ਨਾਲ ਜਾਣਗੇ ਜਾਂ ਫਿਰ ਸਿਰਫ ਨਵਜੋਤ ਸਿੰਘ ਸਿੱਧੂ ਦੀ ਨਿੱਜੀ ਖਿਲਾਫਤ ਹੈ? ਜਿਵੇਂ ਭਾਰਤ ਭੂਸ਼ਣ ਆਸ਼ੂ ਦੀ ਜੇ ਆਪਾਂ ਉਦਾਹਰਨ ਦੇ ਦਈਏ, ਮੈਂ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ, ਭਾਰਤ ਭੂਸ਼ਣ ਆਸ਼ੂ ਤੋਂ ਹੀ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕਾਂਗਰਸ ਦੇ ਨਾਲ ਭਿੜਨ ਦਾ ਜਿਹੜਾ, ਜਾਂ ਆਪਾਂ ਸਰਕਾਰ ਦੇ ਨਾਲ ਭਿੜਨ ਦੀ ਗੱਲ ਕਰ ਲਈਏ, ਤਾਂ ਨਵਜੋਤ ਸਿੱਧੂ ਤੇ ਆਸ਼ੂ ਤੋਂ ਹੀ ਸ਼ੁਰੂਆਤ ਹੋਈ ਸੀਗੀ। ਵੇਖੋ, ਇਹਦੇ ਵਿੱਚ ਨਿੱਜੀ ਖਿਲਾਫਤ ਤਾਂ ਹੈ ਹੀ ਹੈ। ਨਵਜੋਤ ਸਿੱਧੂ ਦੀ ਨਿੱਜੀ ਖਿਲਾਫਤ ਦਾ ਜਿਹੜਾ ਆਧਾਰ ਹੈ ਮੰਤਰੀ, ਕਿਉਂਕਿ ਉਹਨੂੰ ਪਸੰਦ ਹੀ ਨਹੀਂ ਕਰਦੇ ਜਿਹੜੇ ਇਸ ਵੇਲੇ ਕੈਪਟਨ ਅਮਰਿੰਦਰ ਦੀ ਵਜ਼ਾਰਤ ਸੀ, ਕਿਉਂਕਿ 2 ਨੰਬਰ ਦੀ ਕੁਰਸੀ ਜਿਹੜੀ ਹੈ ਨਵਜੋਤ ਸਿੱਧੂ ਦੀ ਲੱਗਦੀ ਸੀ। ਤਾਂ ਉਸ ਚੀਜ਼ ਨੂੰ ਇਹ ਲੋਕ ਬਰਦਾਸ਼ਤ ਨਹੀਂ ਕਰ ਸਕੇ। ਜਿਹੜੇ ਤੁਸੀਂ ਬਿਆਨਾਂ ਦੀ ਗੱਲ ਕਰ ਰਹੇ ਜੀ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਕੁਝ ਮੰਤਰੀਆਂ ਦੇ ਬਿਆਨ ਲੱਗੇ ਨੇ ਹੱਕ 'ਚ ਨੇ, ਇਹ ਪੱਤਰਕਾਰੀ ਲਾਈਨ 'ਚ ਸਿੱਧੂ ਸਾਹਿਬ ਤੁਹਾਨੂੰ ਵੀ ਬੜਾ ਚਿਰ ਹੋ ਗਿਆ ਤੇ ਆਪਾਂ ਨੂੰ ਵੀ ਇਹ ਸਥਿਤੀਆਂ ਨੂੰ ਵਾਚਦਿਆਂ ਬੜਾ ਚਿਰ ਹੋ ਗਿਆ। ਇਹ ਜਿਹੜੇ ਬਿਆਨ ਆ ਰਹੇ ਨੇ ਇਹ ਕੇਵਲ ਲੋਕ ਸੰਪਰਕ ਵਿਭਾਗ ਦੀ ਜਿਹੜੀ ਆ ਉਹਦੀ ਕਾਰਕਰਦਗੀ ਹੈਗੀ ਆ। ਵੇਖੋ, ਅੱਜ ਦੀ ਸਥਿਤੀ ਦੇ ਵਿੱਚ ਅਜੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨੇ, ਔਰ ਪਤਾ ਨਹੀਂ ਕਿੰਨਾ ਚਿਰ ਉਹਨਾਂ ਨੇ ਰਹਿਣਾ, ਔਰ ਲੋਕ ਸੰਪਰਕ ਵਿਭਾਗ ਜਾਂ ਦੂਜੇ ਵਿਭਾਗ ਉਹਨਾਂ ਦੇ ਪੂਰਨ ਤੌਰ ਤੇ ਉਹਨਾਂ ਦੇ ਅਧੀਨ ਕੰਮ ਕਰਦੇ ਆ। ਅਜੇ ਉਹਨਾਂ ਨੇ ਮੈਦਾਨ ਛੱਡਿਆ ਨਹੀਂ ਆ, ਅਜੇ ਉਹਨਾਂ ਦੇ ਸਿਪਾਹ ਸਲਾਰ ਜਿਹੜੇ ਉਹਨਾਂ ਦੇ ਨਾਲ ਨੇ, ਉਹ ਉੱਤੋਂ ਨਾਲ ਨੇ ਜਾਂ ਥੱਲੇ ਨਾਲ ਨੇ, ਇਹ ਤਾਂ ਸਮਾਂ ਦੱਸੇਗਾ। ਅੱਜ ਦੇ ਸਮੇਂ ਦੇ ਵਿੱਚ ਜੇਕਰ ਇਹ ਜਿਹੜੇ MLA ਨੇ, ਜੇ ਇਹ ਜਿਹੜੇ ਮੰਤਰੀ ਨੇ, ਜੇ ਕੈਪਟਨ ਅਮਰਿੰਦਰ ਸਿੰਘ ਨਾਲ ਇਹ ਵੀ ਨਹੀਂ ਖਲੋਂਦੇ, ਇਹ ਤਾਂ ਫਿਰ ਸਥਿਤੀ ਹੋਰ ਹੀ ਤਰ੍ਹਾਂ ਦੀ ਹੋ ਜਾਏਗੀ ਕਿ ਉਹਨਾਂ ਦੀ ਖਲੋਣਾ, ਇਹਨਾਂ ਮੰਤਰੀਆਂ ਦਾ ਖਲੋਣਾ ਜਿਨ੍ਹਾਂ ਦਾ ਤੁਸੀਂ ਨਾਮ ਲਏ ਨੇ, ਜਾਂ ਜਿਹੜੇ ਬੰਦੇ ਇਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਨਿੱਤਰ ਕੇ ਸਾਹਮਣੇ ਆਏ ਨੇ, ਉਹਨਾਂ ਦਾ ਮਜਬੂਰੀ ਹੈ, ਉਹਨਾਂ ਨੇ ਖਲੋਣਾ ਹੀ ਖਲੋਣਾ, ਕਿਉਂਕਿ ਉਹਨਾਂ ਨੇ ਰਾਜ ਸੱਤਾ ਦਾ ਡਿੱਗ ਮੰਨਿਆ। ਤਾਂ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ। ਇਸ ਵੇਲੇ ਜਿਹੜੇ ਪੰਜਾਬ ਦੇ ਕਾਂਗਰਸ ਦੇ ਜਿਹੜੇ ਹਾਲਾਤ ਬਣ ਰਹੇ, ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੇਗੇ ਜਾਂ ਦਰਸ਼ਕ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਣਗੇ। ਇਹ ਹਾਲਾਤ ਉਹੋ ਜਿਹੇ ਬਣ ਰਹੇ ਨੇ ਜਿਹੜੇ 1982 ਦੇ ਵਿੱਚ ਦਰਬਾਰਾ ਸਿੰਘ ਤੇ ਗਿਆਨੀ ਜੈਲ ਸਿੰਘ ਦੇ ਸਮੇਂ ਬਣੇ ਸੀ। ਹੁਣ ਕੱਲ ਜਦੋਂ ਮੈਂ ਦੇਖ ਰਿਹਾ ਸਾਂ ਸਥਿਤੀ ਨੂੰ, ਤਾਂ ਜਿਹੜੇ ਬਿਆਨ ਆਏ ਉਹ ਸ਼ਾਮ ਸੁੰਦਰ ਅਰੋੜਾ ਦਾ ਬਿਆਨ ਆਇਆ, ਬ੍ਰਹਮ ਮਹਿੰਦਰਾ ਦਾ ਬਿਆਨ ਆਇਆ, ਆਸ਼ੂ ਦਾ ਤੁਸੀਂ ਬਿਆਨ ਕਰ ਰਹੇ ਜੀ। ਔਰ ਦੇਖੋ, ਇਹ ਉਹ ਵਿਅਕਤੀ ਨੇ, ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਇੱਕ ਪਹਿਲੇ ਦਿਨ ਆਇਆ ਬ੍ਰਹਮ ਮਹਿੰਦਰਾ ਦਾ, ਸਾਧੂ ਸਿੰਘ ਧਰਮਸੋਤ ਦਾ, ਸੁੰਦਰ ਸ਼ਾਮ ਅਰੋੜਾ ਦਾ, ਤਾਂ ਅੱਜ ਬਿਆਨ ਆਏ ਜਿਹੜੇ ਆਪਾਂ ਕੱਲ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਵਿਜੇ ਇੰਦਰ ਸਿੰਗਲਾ, ਗੁਰਪ੍ਰੀਤ ਸਿੰਘ ਕਾਂਗੜ, ਭਾਰਤ ਭੂਸ਼ਣ ਆਸ਼ੂ ਤੇ ਇੱਕ ਜਿਹੜੇ ਮੰਤਰੀ ਹੋਰ ਨੇ ਉਹਨਾਂ ਦਾ ਜਿਹੜਾ ਬਿਆਨ ਆਇਆ। ਤਾਂ ਫਿਰ
ਇਹ ਨਵੇਂ ਜਿਹੜੇ 7 ਮੰਤਰੀ ਹੋ ਗਏ ਟੋਟਲ। ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਕਿ ਇਹ ਜਿਹੜੇ 7 ਮੰਤਰੀ ਨੇ, ਇਹਨਾਂ 7 ਮੰਤਰੀ ਬਿਲਕੁਲ ਕੈਪਟਨ ਦੇ ਹੱਕ ਵਿੱਚ ਨਿੱਤਰ ਕੇ ਖਲੋ ਸਕਦੇ ਨੇ। ਪਰ ਜਦੋਂ ਲੋਕਾਂ ਨੇ ਇਹਨਾਂ ਨੂੰ ਇਹ ਪ੍ਰਸ਼ਨ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਤੁਹਾਡਾ ਕੀ ਸਟੈਂਡ ਆ, ਤਾਂ ਤੁਸੀਂ ਮੈਨੂੰ ਦੱਸੋ। ਬ੍ਰਹਮ ਮਹਿੰਦਰਾ ਤਾਂ ਚਲੋ ਬਚ ਸਕਦਾ, ਭਾਰਤ ਭੂਸ਼ਣ ਆਸ਼ੂ ਬਚ ਸਕਦਾ, ਕਿਉਂਕਿ ਉਹ ਇੱਕ ਦੂਜੇ ਧਰਮ ਨਾਲ ਸੰਬੰਧਿਤ ਨਹੀਂ। ਪਰ ਜਦੋਂ ਐਜ ਏ ਬਤੌਰੇ ਸਿੱਖ ਇਹ ਜਿਹੜੇ ਮੰਤਰੀ ਨੇ, ਜਦੋਂ ਇਹਨਾਂ ਨੂੰ ਇਹਨਾਂ ਦੀ ਭੂਮਿਕਾ, ਇਹਨਾਂ ਦੀ ਜ਼ਿੰਮੇਵਾਰੀ ਯਾਦ ਦਵਾਈ ਜਾਏਗੀ, ਤਾਂ ਫਿਰ ਇਹਨਾਂ ਕੋਲ ਕੀ ਜਵਾਬ ਹੋਏਗਾ। ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਖਲੋਣਾ ਸਿੱਧੂ ਸਾਹਿਬ ਹੋਰ ਗੱਲ ਹੈ। ਮੇਰੇ ਪ੍ਰਸ਼ਨ ਨੂੰ ਧਿਆਨ ਨਾਲ ਤੁਸੀਂ ਸਮਝਣ ਦਾ ਯਤਨ ਕਰਨਾ। ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਖਲੋਣਾ ਹੋਰ ਗੱਲ ਆ, ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੋਰ ਗੱਲ ਹੈ। ਉਹਦੇ ਉੱਤੇ ਜੇਕਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸ਼ਰੇਆਮ ਇੰਨੀ ਗੱਲ ਕਹਿ ਸਕਦਾ ਕਿ ਇਹ 6 ਮਹੀਨੇ ਦਾ ਸਮਾਂ ਜਿਹੜਾ ਜ਼ਿਆਦਾ ਦੇਣਾ ਸੀ, ਤਾਂ ਫਿਰ ਤੁਸੀਂ ਤ੍ਰਿਪਤ ਰਜਿੰਦਰ ਦੀ ਭੂਮਿਕਾ ਨੂੰ ਕਿਸ ਸੰਦਰਭ 'ਚ ਰੱਖ ਕੇ ਵਾਸਤੇ ਜੀ। ਠੀਕ ਹੈ, ਉਹ ਦੂਜੇ ਬੰਨੇ ਉਸ ਦਾ ਬਿਆਨ ਦੇਣਾ ਤ੍ਰਿਪਤ ਬਾਜਵੇ ਦਾ ਇਹ ਜ਼ਰੂਰੀ ਕਰਮ ਬਣ ਜਾਂਦਾ ਕਿ ਜੇਕਰ 4.5 ਸਾਲ ਅਗਲੇ ਨੇ ਰਾਜ ਸੱਤਾ ਤਾਂ ਸੁੱਖ ਹੋ ਗਿਆ। ਤੇ ਦੂਜੇ ਪਾਸੇ ਬਤੌਰ ਸਿੱਖ ਕਹਿ ਲਓ, ਬਤੌਰ ਇੱਕ ਜ਼ਿੰਮੇਵਾਰ ਨੇਤਾ ਕਹਿ ਲਓ, ਬਤੌਰ ਲੋਕਾਂ ਦੇ ਵਿੱਚ ਵਿਚਰਨ ਵਾਲੇ ਦੀ ਭੂਮਿਕਾ ਨੂੰ ਦੇ ਸੰਦਰਭਾਂ 'ਚ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਪੇਸ਼ ਕਰਨਾ, ਉਸ ਦਾ ਬਿਆਨ ਇਸ ਚਿੰਤਾ ਦੇ ਆਧਾਰ ਤੇ ਦਿੱਤਾ ਗਿਆ। ਜਿਹੜੇ ਤੇ ਲੋਕ ਕੇਵਲ ਔਰ ਕੇਵਲ ਇੱਕ ਗੱਲ ਹੋਰ ਹੈ ਗੱਲ ਏਦਾਂ ਵੀ, ਜਿਵੇਂ ਤੁਸੀਂ ਪਹਿਲਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਵੀ ਕਈ ਵਾਰੀ ਤਾਂ ਮੰਤਰੀਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਲੋਕ ਸੰਪਰਕ ਵਿਭਾਗ ਜਿਹੜਾ ਸਾਡੇ ਨਾਂ ਤੇ ਬਿਆਨ ਜਾਰੀ ਕਰ ਦਿੰਦਾ। ਤਾਂ ਜੇਕਰ ਆਪਾਂ ਗੱਲ ਕਰੀਏ, ਭਾਰਤ ਭੂਸ਼ਣ ਆਸ਼ੂ ਦਾ ਬਿਆਨ ਕੈਪਟਨ ਦੇ ਹੱਕ 'ਚ ਆ ਗਿਆ, ਬ੍ਰਹਮ ਮਹਿੰਦਰਾ ਦਾ ਆ ਗਿਆ, ਸਾਧੂ ਸਿੰਘ ਧਰਮਸੋਤ ਦਾ ਆ ਗਿਆ, ਬਲਵੀਰ ਸਿੰਘ ਸਿੱਧੂ ਦਾ ਆ ਗਿਆ, ਗੁਰਪ੍ਰੀਤ ਕਾਂਗੜ ਦਾ ਆ ਗਿਆ, ਜਾਣੀ ਕਿ ਜਿਹੜੇ ਵਿਜੇ ਇੰਦਰ ਸਿੰਗਲਾ ਦਾ ਆ ਗਿਆ, ਬਲਵੀਰ ਸਿੰਘ ਸਿੱਧੂ ਦਾ ਆ ਗਿਆ। ਮਤਲਬ ਜਿਹੜੇ 7 ਮੰਤਰੀ ਨੇ ਇਹਨਾਂ ਦਾ ਬਿਆਨ ਆ ਗਿਆ। ਪਰ ਜਿਹੜੇ ਇਹਨਾਂ ਦੇ ਖਾਸਮ ਖਾਸ ਤੇ ਬਹੁਤ ਜ਼ਿਆਦਾ ਕਰੀਬੀ ਸਾਥੀ ਮੰਤਰੀ ਜਿਹੜੇ ਇਹਨਾਂ ਦੇ ਮੰਨੇ ਜਾਂਦੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਦਾ ਬਿਆਨ ਹਾਲੇ ਤੱਕ ਵੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਆਇਆ ਨਹੀਂ। ਦੇਖੋ ਕਿਸ ਤਰ੍ਹਾਂ ਆ ਸਕਦਾ, ਕਿਉਂਕਿ ਕੁਝ ਸਮਾਂ ਪਹਿਲਾਂ ਤਾਂ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਆ। ਤੁਸੀਂ ਲੋਕ ਸੰਪਰਕ ਵਿਭਾਗ ਦੀ, ਤੁਸੀਂ ਮੈਨੂੰ ਪਤਾ ਕਿ ਤੁਸੀਂ ਮੈਨੂੰ ਸਵਾਲ ਕਰ ਰਹੇ ਜੇ ਕਿ ਲੋਕ ਸੰਪਰਕ ਵਿਭਾਗ ਜੇਕਰ ਬਾਕੀ ਮੰਤਰੀਆਂ ਦੇ ਨਾਮ ਤੇ ਬਿਆਨ ਜਾਰੀ ਕਰ ਸਕਦਾ, ਫਿਰ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦੇ ਨਾਂ ਤੇ ਕਿਉਂ ਨਹੀਂ ਕਰ ਸਕਦਾ। ਉਹ ਸਿਰਫ ਇਸ ਕਰਕੇ ਨਹੀਂ ਕੀਤਾ ਕਿਉਂਕਿ ਅੱਜ ਤੋਂ 2 ਦਿਨ ਪਹਿਲਾਂ ਤ੍ਰਿਪਤ ਰਜਿੰਦਰ ਬਾਜਵੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ, ਕਿਉਂਕਿ 2 ਨੰਬਰ ਦੇ ਨੇਤਾ ਮੰਨੇ ਜਾਂਦੇ ਨੇ। ਤਾਂ ਉਹਦੇ ਆਧਾਰ ਤੇ ਜੇਕਰ ਬਿਆਨ ਲੋਕ ਸੰਪਰਕ ਵਿਭਾਗ ਜਾਂ ਆਪਣੇ ਤ੍ਰਿਪਤ ਰਜਿੰਦਰ ਬਾਜਵੇ ਹੁਣੀ ਆਪਣੇ ਨਿੱਜੀ ਆਧਾਰ ਤੇ ਕੋਈ ਬਿਆਨ ਜਾਰੀ ਕਰਦੇ ਨੇ, ਤਾਂ ਫਿਰ ਉਹਨਾਂ ਦੀ ਇਹ ਦੋਹਰੀ ਭੂਮਿਕਾ ਜਿਹੜੀ ਆ ਲੋਕਾਂ ਦੇ ਸਾਹਮਣੇ ਨੰਗੀ ਹੋਵੇਗੀ। ਕਿਤੇ ਇਹ ਵੀ ਤਾਂ ਨਹੀਂ ਹੋ ਸਕਦਾ ਕਿ ਉਹ ਤਾਂ ਹੈ ਹੀ ਕੈਪਟਨ ਖੇਮੇ ਦੇ, ਉਹ ਤਾਂ ਹੈ ਹੀ ਕੈਪਟਨ ਦੇ ਬਹੁਤ ਕਰੀਬੀ, ਉਹਨਾਂ ਦਾ ਚਲੋ ਉਹਦਾ ਕੈਪਟਨ ਨੂੰ ਪਤਾ ਹੀ ਆ ਵੀ ਭਾਈ ਇਹ ਤਾਂ ਚਲੋ ਇਹਨਾਂ ਨੇ ਤਾਂ ਕਿਤੇ ਜਾਣਾ ਨਹੀਂ, ਉਹਨਾਂ ਦੇ ਨਾਮ ਤੇ ਬਿਆਨ ਲਵਾਓ ਜਿਹੜੇ ਖਿਸਕ ਸਕਦੇ ਆ, ਉਹਨਾਂ ਨੂੰ ਇੱਕ ਪਾਸੇ ਬੰਨ ਕੇ ਰੱਖ ਲਈਏ। ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਉਹਨਾਂ ਨੇ ਬੜੇ ਤਿੱਖੇ ਸ਼ਬਦੀ ਵਾਰ ਕੀਤੇ ਨੇ, ਸ਼ਬਦ ਵਾਈ ਸ਼ਬਦ ਮੈਂ ਦੱਸਾਂ, ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਦੱਸ ਵੀ ਚੁੱਕੇ ਹਾਂ ਕਿ ਬੜੇ ਡੂੰਘੇ ਸ਼ਬਦ, ਸਸਪੈਂਡ ਕਰਨ ਤੱਕ ਦੀ ਜਿਹੜੀ ਗੱਲ ਉਹਨਾਂ ਨੇ ਕਹਿਤੀ, ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਕਿ ਪਾਰਟੀ ਛੱਡ ਕੇ ਕੈਪਟਨ ਦੇ ਖਿਲਾਫ ਨਿੱਤਰ ਆਓ। ਦੇਖੋ ਇਹ ਕਿੰਨੇ ਕੁ ਸਖਤ ਸ਼ਬਦ ਤੁਸੀਂ ਮੰਨਣ ਦੇ ਜੀ, ਜਦੋਂ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਡਾ ਸ਼ਬਦ ਇਹ ਵਰਤ ਸਕਦਾ ਕਿ ਮੇਰੇ ਵਾਸਤੇ ਨਵਜੋਤ ਸਿੱਧੂ ਦੇ ਦਰਵਾਜ਼ੇ ਬੰਦ, ਕਾਂਗਰਸ ਦੇ ਦਰਵਾਜ਼ੇ ਬੰਦ, ਇਸ ਤੋਂ ਵੱਡੀ ਤੇ ਹੋਰ ਕੋਈ ਗੱਲ ਨਹੀਂ ਹੋ ਸਕਦੀ। ਔਰ ਉਸ ਗੱਲ ਨੂੰ ਤੋੜਿਆ ਕਿੰਨੇ? ਪ੍ਰਤਾਪ ਸਿੰਘ ਬਾਜਵਾ ਨੇ। ਕਹਿੰਦਾ ਜੀ ਉਹ ਕੌਣ ਹੁੰਦਾ? ਬਾਕੀ ਦੇਖੋ ਜਿਨ੍ਹਾਂ ਬੰਦਿਆਂ ਦੇ ਤੁਸੀਂ ਨਾਂ ਲੈ ਰਹੇ ਜੇ, ਜਿਨ੍ਹਾਂ ਬੰਦਿਆਂ ਦੇ ਬਿਆਨ ਤੁਸੀਂ ਗੱਲ ਕਰ ਰਹੇ, ਉਹਨਾਂ ਬੰਦਿਆਂ ਦਾ ਆਧਾਰ ਜਿਹੜਾ ਹੈ ਨਵਜੋਤ ਸਿੱਧੂ ਦੇ ਮੁਕਾਬਲੇ ਕਿਤੇ ਵੀ ਉਹਨਾਂ ਨਹੀਂ ਹੈ। ਉਹ ਆਪਣੇ ਹਲਕੇ ਤੱਕ ਸੀਮਤ ਨੇ, ਔਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਆ ਕਿ ਉਹ ਨਵਜੋਤ ਸਿੱਧੂ ਦੇ ਖਿਲਾਫ ਗੱਲ ਕਰਨ। ਮੈਂ ਇੱਕ ਨਿੱਜੀ ਗੱਲ ਹੋਰ ਕਰਦਾ ਤੁਹਾਡੇ ਨਾਲ। ਕੱਲ ਜਦੋਂ ਆਪਾਂ ਆਪਣੇ ਦਰਸ਼ਕਾਂ ਦੀ ਫੀਡਬੈਕ ਪੜ੍ਹਦੇ ਹਾਂ ਤਾਂ ਦਰਸ਼ਕ ਕਹਿੰਦੇ ਆ ਕਿ ਤੁਸੀਂ ਉਦਾਹਰਨਾਂ ਬੜੀਆਂ ਦਿੰਦੇ ਜੇ, ਪਰ ਉਦਾਹਰਨਾਂ ਦੇਣੀਆਂ ਕਈ ਵਾਰੀ ਨਾ ਬਣ ਜਾਂਦੀਆਂ ਨੇ। ਹੁਣ ਤੁਸੀਂ ਆਹ ਗੱਲ ਜਿਹੜੀ ਮੈਨੂੰ ਕੀਤੀ ਕਿ ਬੜੇ ਤਿੱਖੇ ਸ਼ਬਦ ਵਰਤੇ ਨੇ, ਤਾਂ ਮੈਨੂੰ ਇਹ ਸਮਾਂ ਯਾਦ ਆਉਂਦਾ ਕਿ ਜਦੋਂ ਇਹ ਅੱਜ ਤੋਂ 20 ਸਾਲ ਪਹਿਲਾਂ ਦਾ, ਕਿ ਜਦੋਂ ਗੁਰਚਰਨ ਸਿੰਘ ਟੌਹੜੇ ਨੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਜਦੋਂ ਬਣਾਇਆ, ਬਾਦਲ ਅਕਾਲੀ ਦਲ ਨੂੰ ਟੁੱਟ ਕੇ, ਤਾਂ ਤੁਸੀਂ ਮੰਨਣਾ ਨਹੀਂ ਆ ਕਿ ਜਿਹੜਾ ਇੱਕ ਮਹੱਲੇ ਦਾ ਕਾਉਂਸਲਰ ਹੀ ਨਾ, ਉਹ ਵੀ ਗੁਰਚਰਨ ਸਿੰਘ ਟੌਹੜੇ ਦੇ ਖਿਲਾਫ ਸਟੇਟਮੈਂਟਾਂ ਦਿੰਦਾ ਫਿਰਦਾ ਹੈ। ਤੇ ਟੌਹੜਾ ਸਾਹਿਬ ਨਾਲ ਇੱਕ ਵਾਰੀ ਗੱਲਬਾਤ ਹੋਈ ਤੇ ਉਹ ਅਸੀਂ ਮਤਲਬ ਜਦ ਅਸੀਂ ਸਵਾਲ ਉਹਨਾਂ ਨੂੰ ਪੁੱਛਿਆ ਕਿ ਟੌਹੜਾ ਸਾਹਿਬ ਕਿ ਆਹ ਵੇਖੋ ਕਿ ਕਿਹੜੇ ਬੰਦੇ ਤੁਹਾਡੇ ਖਿਲਾਫ ਬਿਆਨ ਦਿੰਦੇ ਆ, ਤਾਂ ਉਹਨਾਂ ਨੇ ਇੱਕ ਪੰਜਾਬੀ 'ਚ ਜਦੋਂ ਮਾਲਵੇ ਤੇ ਇੱਕ ਸ਼ਬਦ ਵਰਤਿਆ ਜਾਂਦਾ, ਉਹ ਸ਼ਬਦ ਵਰਤਦਿਆਂ ਕਹਿੰਦਾ ਯਾਰ ਹੁਣ ਤੇ ਝਾੜੇ ਬਹਿਣ ਵਾਲੇ ਵੀ ਟੌਹੜੇ ਨੂੰ ਨਿਸ਼ਾਨੇ ਤੇ ਲਈ ਜਾਂਦੇ, ਪਰ ਇਹ ਸਮੇਂ ਦੀ ਗੱਲ ਹੁੰਦੀ ਆ। ਟੌਹੜੇ ਦਾ ਕੱਦ ਘੱਟ ਕਿਤੇ ਸੀ, ਤੇ ਮੈਂ ਉਸੇ ਸੰਦਰਭ 'ਚ ਗੱਲ ਕਰਦਾ
ਕਿ ਇੱਕ ਸਧਾਰਨ ਜਿਹਾ ਜਿਹੜਾ ਜ਼ਿਲ੍ਹਾ ਜਥੇਦਾਰ ਤੇ ਬੜੀ ਦੂਰ ਦੀ ਗੱਲ ਆ, ਜਿਹੜਾ ਸਰਕਲ ਜਥੇਦਾਰੀ ਉਹ ਵੀ ਟੌਰੇ ਨੂੰ ਕਹੀ ਜਾਂਦਾ ਸੀ ਟੌਰਾ ਪੰਥ ਦੇ ਵਿੱਚ ਮੈਨੇ ਮਤਲਬ ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਜੇ ਮਾਰਿਆ, ਏਦਾਂ ਦੀਆਂ ਗੱਲਾਂ। ਉਹ ਸੰਦਰਭ ਦੇ ਵਿੱਚ ਮੈਂ ਨਵਜੋਤ ਸਿੱਧੂ ਦੀ ਗੱਲ ਕਰਨਾ। ਨਵਜੋਤ ਸਿੱਧੂ ਦਾ ਹੁਣ ਕੱਦ ਘਾਟ ਪੰਜਾਬ ਕਾਂਗਰਸ 'ਚ ਔਰ ਪੰਜਾਬ ਬਾਜ਼ਾਰ 'ਚ ਔਰ ਕਾਂਗਰਸ ਹਾਈ ਕਮਾਨ ਦੀਆਂ ਨਜ਼ਰਾਂ 'ਚ ਬਹੁਤ ਉੱਚਾ। ਉੱਥੇ ਸ਼ਾਮ ਸੁੰਦਰ ਸਿੰਘ ਅਰੋੜਾ ਜਾਂ ਬ੍ਰਹਮ ਮਹਿੰਦਰਾ ਜਾਂ ਇਹੋ ਜਿਹੇ ਮੰਤਰੀਆਂ ਦੀ ਕੀਤੀ ਟੀਕਾ ਟਿੱਪਣੀ ਉਹਦੇ ਵਾਸਤੇ ਕੋਈ ਅਰਥ ਨਹੀਂ ਰੱਖਦੀ। ਉਸ ਦੀ ਸ਼ਖਸੀਅਤ ਨੂੰ ਕਿਸੇ ਪੱਖ ਤੋਂ ਵੀ ਢਾਹ ਨਹੀਂ ਲਾ ਸਕਦੀ, ਕਿਉਂਕਿ ਉਹ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਾਰਨ ਕਰ ਰਿਹਾ। ਕੈਪਟਨ ਅਮਰਿੰਦਰ ਸਿੰਘ ਨਾਲ ਉਸ ਦੀ ਲੜਾਈ ਦੇਖੋ, ਇੰਨੀਆਂ ਸਟੇਟਮੈਂਟਾਂ ਆਪਣੀ ਕੁਰਸੀ ਵੀ ਸ਼ਾਇਦ ਬਚਾਉਣੀ ਹੈ ਨਾ, ਕਿਉਂਕਿ ਜਦੋਂ ਪਿਛਲੇ ਦਿਨੀ ਇਹ ਗੱਲਾਂ ਆਈਆਂ ਸੀ ਕਿ ਪ੍ਰਸ਼ਾਂਤ ਕਿਸ਼ੋਰ ਇਹ ਚਾਲ ਜਿਹੜੀ ਚੱਲ ਰਹੇ ਆ ਕਿ ਇੱਕ ਨਵਾਂ ਪੈਂਤੜਾ ਖੇਡ ਰਿਹਾ ਕਿ ਜਿਹੜੇ 30 ਵਿਧਾਇਕ ਆ ਸ਼ਾਇਦ ਉਹਨਾਂ ਦੀ ਟਿਕਟ ਕੱਟੀ ਜਾਵੇ, ਤਾਂ ਉਹਨਾਂ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਦਾ ਵੀ ਕਹਿੰਦੇ ਨਾਮ ਸ਼ਾਮਿਲ ਸੀ। ਮਹਿਕਮੇ ਬਦਲਣ ਵਾਲੇ ਵੀ ਲਿਸਟ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਦਾ ਨਾਮ ਸ਼ਾਮਿਲ ਸੀ। ਸ਼ਾਇਦ ਸੁੰਦਰ ਸ਼ਾਮ ਅਰੋੜਾ ਤਾਂ ਜਿਹੜੇ ਆ ਉਹ ਆਪਣੀ ਕੁਰਸੀ ਬਚਾਉਣ ਦੇ ਚੱਕਰ 'ਚ ਵਿਚਾਰੇ ਇਹ ਬਿਆਨ ਵੀ ਦਵਾਈ ਜਾਂਦੇ ਆ। ਨਹੀਂ, ਇਹਦੇ 'ਚ ਤਾਂ ਕੋਈ ਦੋ ਰਾਇਮਾ ਹੀ ਨਹੀਂ। ਹੁਣ ਤੁਸੀਂ ਦੱਸੋ ਕਿ ਜੋ ਮਰਜ਼ੀ ਹੋ ਜਾਵੇ, ਤੁਸੀਂ ਕੀ ਸਮਝਦੇ ਜੇ ਕਿ ਕੱਲ ਨੂੰ ਸਾਧੂ ਸਿੰਘ ਧਰਮਸੋਤ ਨੂੰ ਟਿਕਟ ਮਿਲ ਸਕਦੀ ਹੈ? ਜੋ ਕੁਝ ਐਲੀਗੇਸ਼ਨ ਉਹਦੇ ਉੱਤੇ ਇਲਜ਼ਾਮ ਦਲਿਤ ਵਰਗ ਦਾ ਜੋ ਉਹਨੇ ਵਜ਼ੀਫਾ ਖਾ ਲਿਆ ਔਰ ਜਿੰਨਾ ਵਿਰੋਧ ਉਹਦਾ ਹੋ ਰਿਹਾ, ਬੇਸ਼ੱਕ ਉਹ ਉਸੇ ਕਮਿਊਨਿਟੀ ਨੂੰ ਬਿਲੋਂਗ ਕਰਦਾ, ਉਹ ਕੀ ਉਹਨੂੰ ਟਿਕਟ ਮਿਲਣੀ ਜਾਇਜ਼ ਹੋਏਗੀ? ਇਸ ਦਾ ਵਿਰੋਧ ਹਾਈਕਮਾਨ ਦੀਆਂ ਨਜ਼ਰਾਂ ਤੱਕ ਨਹੀਂ ਪਹੁੰਚਿਆ ਹੋਵੇਗਾ, ਪਹੁੰਚਿਆ ਹੋਵੇਗਾ, ਸਭ ਕੁਝ ਹੋਏਗਾ। ਇਹਨਾਂ ਮੰਤਰੀਆਂ ਦੀ, ਇਹਨਾਂ ਵਿਧਾਇਕਾਂ ਦੀ, ਇਹਨਾਂ ਦੀ ਮਜਬੂਰੀ ਆ ਇਹ ਇਸ ਸਮੇਂ 'ਚ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਖਲੋਣਾ। ਪਰ ਮੈਨੂੰ ਇੱਕ ਗੱਲ ਬਾਰ-ਬਾਰ ਇਹ ਸਮਝ ਨਹੀਂ ਆਉਂਦੀ ਕਿ ਇਹ ਤਾਂ ਕਲੀਅਰ ਹੈ ਕਿ ਇਹਨਾਂ ਨੇ ਬੋਲਣਾ ਹੀ ਬੋਲਣਾ, ਇਹਨਾਂ ਨਾ ਬੋਲਣਾ, ਇਹਨਾਂ ਦੀ ਉਹ ਕਿਹੜੀ ਹਾਲਾਤ ਵਿੱਚ ਜਾਣਗੇ। ਪਰ ਤੁਸੀਂ ਇਹ ਦੇਖੋ ਕਿ ਇਹਨਾਂ ਦੇ ਬੋਲਣ ਦਾ ਨਵਜੋਤ ਸਿੱਧੂ ਦੇ ਖਿਲਾਫ ਦਾ ਨਵਜੋਤ ਸਿੱਧੂ ਦਾ ਕੋਈ ਅਸਰ ਪੈ ਰਿਹਾ? ਉਹ ਬਿਲਕੁਲ ਸ਼ਾਂਤ ਚੱਲੇ, ਆਪਣੇ ਉਸੇ ਤਰੀਕੇ ਨਾਲ ਹੀ ਚੱਲਦਾ ਪਿਆ ਜਿਸ ਤਰੀਕੇ ਨਾਲ ਉਹ ਪਹਿਲਾਂ ਚੱਲ ਰਿਹਾ ਸੀ। ਉਹਦੇ ਵੇਖੋ, ਉਹਦੇ ਖਿਲਾਫ ਇੰਨੇ ਬਿਆਨ ਆਏ ਨੇ, ਉਹਨੇ ਕਿਸੇ ਦੇ ਵੀ ਬਿਆਨ ਨੂੰ ਕੰਟਰਾਡਿਕਟ ਨਹੀਂ ਕੀਤਾ, ਕਿਸੇ ਦੀ ਆਲੋਚਨਾ ਨਹੀਂ ਕੀਤੀ। ਉਹ ਕੇਵਲ ਔਰ ਕੇਵਲ ਆਪਣੀ ਉਸੇ ਤਰੀਕੇ ਨਾਲ ਚੱਲਦਾ ਪਿਆ। ਟਵੀਟ ਛੱਡਦਾ, ਉਹ ਇੱਕ ਟਵੀਟ ਛੱਡਦਾ, ਪੂਰੀ ਕਾਂਗਰਸ ਦੀ ਜਿਹੜੀ ਵਜ਼ਾਰਤ ਆ ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਟੀਮ ਹਿੱਲ ਜਾਂਦੀ ਹੈ ਤੇ ਕਦੇ ਕਿਸੇ ਕੋਲ ਜਵਾਬ ਦਿਵਾਉਣਾ ਪੈਂਦਾ, ਕਦੇ ਕਿਸੇ ਕੋਲ ਜਵਾਬ ਦੇਣਾ ਪੈਂਦਾ। ਜੇਕਰ ਅੱਜ ਦੀ ਸਥਿਤੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣੀ ਇੰਨੇ ਹੀ ਪਾਵਰਫੁਲ ਹੁੰਦੇ, ਇੰਨੇ ਹੀ ਤਾਕਤਵਰ ਹੁੰਦੇ, ਤਾਂ ਫਿਰ ਉਹਨਾਂ ਨੂੰ ਆਪਣੇ ਇਹਨਾਂ ਸਿੱਪਾ ਸਲਾਰਾਂ ਤੇ ਰਾਹੀਂ ਜਵਾਬ ਦੇਣ ਦੀ ਲੋੜ ਨਹੀਂ ਸੀ। ਜਿਸ ਤਰੀਕੇ ਨਾਲ ਉਹ ਪਹਿਲਾਂ ਇੱਕ ਨਿੱਜੀ ਚੈਨਲ ਜਿਸ ਤਰ੍ਹਾਂ ਪਹਿਲਾਂ ਇੱਕ ਨਿੱਜੀ ਚੈਨਲ ਤੇ ਆਣ ਕੇ ਉਹਨਾਂ ਨੇ ਇੱਕ ਦਬਕੇ ਮਾਰੇ, ਇੱਕ ਡਰਾਉਣ ਦੀ ਰਜਵਾੜਾਸ਼ਾਹੀ ਨੀਤੀ ਦੇ ਤਹਿਤ ਆਣ ਕੇ ਬਹੁਤ ਸਖਤ ਸ਼ਬਦਾਵਲੀ ਵਰਤੀ, ਸਖਤ ਸਟੈਂਡ ਲਿਆ, ਤਾਂ ਉਹਨਾਂ ਨੂੰ ਇਹਨਾਂ ਮੰਤਰੀਆਂ ਦੀ ਕੀ ਲੋੜ ਹੈ? ਪਰ ਇਸ ਦਾ ਅਸਲ ਕਾਰਨ ਇਹੋ ਹੀ ਆ, ਇਹ ਜਿਹੜੀ ਸਥਿਤੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਸਤੇ ਬਹੁਤ ਕਮਜ਼ੋਰ ਹੋ ਰਹੀ ਆ ਔਰ ਮਜਬੂਰੀ ਵਸ ਉਹਨਾਂ ਨੂੰ ਇਹਨਾਂ ਬੰਦਿਆਂ ਦਾ ਸਹਾਰਾ ਜਾਂ ਆਸਰਾ ਲੈਣਾ ਪੈ ਰਿਹਾ, ਇਹ ਸ਼ੋਅ ਕਰਨ ਵਾਸਤੇ ਕਿ ਦੇਖੋ ਮੇਰਾ ਵੀ ਇੱਕ ਮਜ਼ਬੂਤ ਧੜਾ ਹੈ, ਮੇਰੇ ਹੱਕ ਦੇ ਵਿੱਚ ਵੀ ਇਹ ਵਿਅਕਤੀ ਬੋਲ ਰਹੇ ਨੇ। ਇਹ ਤਾਂ ਵੇਖੋ ਇਹ ਸਮੇਂ ਦੀ ਮੰਗ ਹੈ ਕਿ ਇਹਨਾਂ ਲੋਕਾਂ ਨੇ ਬੋਲਣਾ ਹੀ ਬੋਲਣਾ। ਪਰ ਦੂਸਰੇ ਬੰਨੇ ਜਿਹੜੇ ਬੰਦੇ ਪਹਿਲਾਂ ਵਿਰੋਧ ਕਰ ਰਹੇ ਨੇ, ਕੀ ਉਹ ਬੰਦੇ ਪਾਸਾ ਪਲਟ ਕੇ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲ ਗਏ? ਬੇਸ਼ੱਕ ਉਹਦੇ ਦੇ ਜਿਹੜੇ ਮੀਡੀਆ ਸਲਾਹਕਾਰ ਨੂੰ ਭਰਪਿੰਦਰ ਚਾਹਲ ਇੰਨਾ ਜ਼ੋਰ ਲਾ ਰਹੇ ਨੇ, ਕੋਈ ਬੰਦਾ ਆਪਣੀ ਥਾਂ ਤੋਂ ਥੜਕਿਆ। ਹਾਂ, ਅਗਰ ਆਉਂਦੇ ਦਿਨਾਂ 'ਚ ਕੋਈ ਬੰਦਾ ਥਿੜਕਦਾ ਹੈ ਆਪਣੇ ਬਿਆਨਾਂ ਤੋਂ ਤਾਂ ਫਿਰ ਸਥਿਤੀ ਅਲੱਗ ਹੋ ਸਕਦੀ ਆ। ਪਰ ਇਹੋ ਜਿਹੀ ਜਿਹੜੀ ਸੰਭਾਵਨਾ ਆ, ਕਿਉਂਕਿ ਉਹ ਦਿਖਾਈ ਨਹੀਂ ਦਿੰਦੀ, ਕਿਉਂਕਿ ਲੋਕਾਂ ਦੀ ਕਚਹਿਰੀ ਦੇ ਵਿੱਚ, ਕਿਉਂਕਿ ਲੋਕਾਂ ਦੇ ਵਿੱਚ ਸਾਰਿਆਂ ਦੇ ਜਿਹੜੇ ਚਿਹਰੇ ਨੇ ਉਹ ਸਾਹਮਣੇ ਨੰਗੇ ਹੋ ਚੁੱਕੇ ਨੇ ਔਰ ਕਿਰਦਾਰ ਜਿਹੜੇ ਨੰਗੇ ਹੋ ਚੁੱਕੇ ਨੇ। ਸਿਰਫ ਇੱਕ ਮੈਂ ਗੱਲ ਹੋਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹਾਂਗਾ। ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕੀਤੀ ਸੀ, ਤੁਸੀਂ ਕਿਹਾ ਸੀ ਕਿ ਕਿਸੇ ਤੀਜੇ ਬੰਦੇ ਦਾ ਨਾਂ ਲੱਗ ਸਕਦਾ, ਇਹ ਵੀ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਅਸੀਂ ਮੈਂ ਬੜਾ ਸ਼ਬਦ ਇਸ ਤੇ ਜ਼ੋਰ ਦੇ ਕੇ ਕਹਿ ਰਿਹਾ ਕਿ ਜਿਹੜੀ ਕਾਂਗਰਸ ਹਾਈ ਕਮਾਨ ਹੈ ਉਹ ਇਸ ਗੱਲ ਤੇ ਵੀ ਮੰਥਨ ਕਰ ਰਹੀ ਆ ਕਿ ਜੇਕਰ ਕਿਸੇ ਵੀ ਸੂਰਤ ਵਿੱਚ, ਪਹਿਲੀ ਤਾਂ ਗੱਲ ਹੈ ਇਹਨਾਂ ਦਾ ਸਮਝੌਤਾ ਹੋ ਜਾਵੇ। ਜੇ ਸਮਝੌਤਾ ਪਲਾਨ ਏ ਦੇ ਤਹਿਤ ਹੈ, ਪਲਾਨ ਬੀ ਦਾ ਤਹਿਤ ਇਹ ਆ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਮਨਾਉਣ ਤੋਂ ਬਾਅਦ ਇੱਕ ਨੂੰ ਜਿਹੜੀ ਰਾਸ਼ਟਰੀ ਪੱਧਰ ਦੀ ਜਿਹੜੀ ਹੈਗੀ ਰਾਜਨੀਤੀ ਉਹਦੇ 'ਚ ਲਿਆਂਦਾ ਜਾਵੇ, ਇੱਕ ਨੂੰ ਪੰਜਾਬ ਦੇ ਅੰਦਰ। ਜੇਕਰ ਇਹਨਾਂ ਮੁੱਦਿਆਂ ਤੇ ਕੋਈ ਵੀ ਨਹੀਂ ਮੰਨਦਾ, ਨਾ ਕੋਈ ਪੰਜਾਬ ਤੋਂ ਬਾਹਰ ਜਾਣ ਨੂੰ ਮੰਨਦਾ, ਨਾ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਹੈ ਛੱਡਣ ਨੂੰ ਮੰਨਦਾ, ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਜੇਕਰ ਇਹ ਕਹਿ ਦੇਣ ਕਿ ਮੈਂ ਕਿਸੇ ਵੀ ਸੂਰਤ 'ਚ ਨਵਜੋਤ ਸਿੱਧੂ ਨੂੰ ਇਸ ਪਾਸੇ ਦੇਖਣਾ ਬਰਦਾਸ਼ਤ ਨਹੀਂ ਕਰਦਾ, ਜੋ ਮਰਜ਼ੀ ਹੋ ਜੇ, ਤਾਂ ਫਿਰ ਤੀਜੀ ਸੂਰਤ ਇਹ ਆ ਕਿ ਇਹਦੇ ਵਿੱਚ ਮਨਪ੍ਰੀਤ ਬਾਦਲ ਦਾ ਨਾਂ ਵੀ ਲੱਗ ਸਕਦਾ, ਗੁਣਾ ਉਹਦੇ ਨਾਂ ਤੇ ਵੀ ਪੈ ਸਕਦਾ। ਮਨਪ੍ਰੀਤ ਬਾਦਲ ਦੀ ਜੇਕਰ ਆਪਾਂ ਗੱਲ ਕਰੀਏ, ਠੀਕ ਹੈ, ਮਨਪ੍ਰੀਤ ਬਾਦਲ ਦਾ ਨਾਂ ਆ ਸਕਦਾ, ਸੀਨੀਅਰ ਨੇ, ਪਰ ਗੱਲ ਇਹ ਆ ਵੀ ਜਿਹੜੇ ਟਕਸਾਲੀ ਰੌਲਾ ਪਾ ਕੇ ਬੈਠੇ ਨਹੀਂ ਨਾ, ਮਨਪ੍ਰੀਤ ਬਾਦਲ ਨੂੰ ਤਾਂ ਫਾਈਨਾਂਸ ਮਿਨਿਸਟਰ ਦੀ ਕੁਰਸੀ ਤੇ ਬੈਠਣਾ ਬਰਦਾਸ਼ਤ ਨਹੀਂ ਕਰ ਰਹੇ। ਸਾਰੇ ਟਕਸਾਲੀ ਇਕੱਠੇ ਹੋ ਕੇ ਰੌਲਾ ਪਾਉਣ ਲੱਗੇ।
ਉਹ ਟਕਸਾਲੀ ਫਿਰ ਇਕੱਠੇ ਹੋ ਕੇ ਮਨਪ੍ਰੀਤ ਸਿੰਘ ਬਾਦਲ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਬਰਦਾਸ਼ਤ ਕਰ ਲੈਣਗੇ? ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਇੱਕ ਆਪਣੀ ਵੱਖਰੀ ਪਹਿਚਾਣ ਹੈ। ਨਵਜੋਤ ਸਿੰਘ ਸਿੱਧੂ ਲੋਕਾਂ ਦੇ ਵਿੱਚ ਬਹੁਤ ਪ੍ਰਚਲਿਤ ਹੈ, ਪਰ ਜਿਹੜੇ ਮਨਪ੍ਰੀਤ ਸਿੰਘ ਬਾਦਲ ਹੈ ਉਹਨਾਂ ਦੀ ਤਾਂ ਛਵੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ। ਮੁਲਾਜ਼ਮ ਵਰਗ ਦੀ ਆਪਾਂ ਗੱਲ ਕਰ ਲਈਏ, ਕਿਸੇ ਵੀ ਪਾਸੇ ਦੇ ਮੁਲਾਜ਼ਮ ਹੋਣ, ਚਾਹੇ ਉਹ ਆਮ ਲੋਕਾਂ ਦੀ ਮਦਦ ਕਰ ਲਈਏ, ਮਨਪ੍ਰੀਤ ਸਿੰਘ ਬਾਦਲ ਨੇ ਤਾਂ ਇਸ ਗੱਲ ਤੋਂ ਕਹਿਣ ਦੇ ਇਲਾਵਾ ਕੋਈ ਕੁਛ ਕੀਤਾ ਹੀ ਨਹੀਂ ਕਿ ਭਾਈ ਖਜ਼ਾਨਾ ਖਾਲੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ। ਲੋਕ ਨਾਰਾਜ਼ ਨੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ। ਪਰ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਉਹਨਾਂ ਨੂੰ ਪਰਸਨਲੀ ਚਾਹੁੰਦੀ ਹੈ ਹਾਈ ਕਮਾਨ, ਜਿਹੜੀ ਆਪਾਂ ਜੇਕਰ ਗੱਲ ਕਰੀਏ ਤਾਂ ਫਿਰ ਟਕਸਾਲੀ ਜਿਹੜੇ ਹਾਈ ਕਮਾਨ ਦੇ ਦਬਾਅ ਦੇ ਵਿੱਚ ਆ ਕੇ ਨਵਜੋਤ ਸਿੰਘ ਸਿੱਧੂ ਨੂੰ ਤਾਂ ਕਬੂਲ ਸਕਦੇ ਆ, ਪਰ ਮਨਪ੍ਰੀਤ ਬਾਦਲ ਨੂੰ ਤਾਂ ਮੇਰੇ ਖਿਆਲ 'ਚ ਔਖਾ ਹੋ ਜੂ ਟਕਸਾਲੀਆਂ ਵਾਸਤੇ। ਨਹੀਂ, ਜਿਹੜੇ ਤੁਸੀਂ ਮਨਪ੍ਰੀਤ ਬਾਦਲ ਦੇ ਉੱਤੇ ਦੋਸ਼ ਲਾ ਰਹੇ ਜੀ, ਬਿਲਕੁਲ ਸਹੀ ਗੱਲ ਹੋ ਸਕਦੇ ਨੇ। ਜਿਹੜਾ ਟਕਸਾਲੀ ਸ਼ਬਦ ਆਪਾਂ ਪਹਿਲਾਂ ਵੀ ਇੱਕ ਨੂੰ ਡਿਸਕਸ ਕੀਤਾ, ਟਕਸਾਲੀ ਤੇ ਕਾਂਗਰਸ ਦੇ ਵਿੱਚੋਂ ਕਈ ਬੰਦੇ ਉਧਰ ਗਏ ਤੇ ਕਈ ਅਕਾਲੀ ਦਲ 'ਚ ਉਧਰ ਆਏ। ਇਹ ਇਤਿਹਾਸ ਵੀ ਬੜਾ ਪੁਰਾਣਾ। ਕੋਈ ਵੀ ਬੰਦਾ ਨਰੋਲ ਕਾਂਗਰਸੀ ਜੰਮਿਆ ਨਹੀਂ। ਨਰੋਲ ਜੇਕਰ ਪ੍ਰਤਾਪ ਬਾਜਵਾ ਦੇ ਸੰਦਰਭ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਉਹ ਠੀਕ ਹੈ, ਪਰ ਸਮੇਂ ਦੇ ਅਨੁਸਾਰ ਕੀ ਕੁਝ ਬਦਲਾਅ ਹੋਇਆ। ਮੈਂ ਮਨਪ੍ਰੀਤ ਬਾਦਲ ਨਾਲ ਆਉਣਾ, ਉਹਦੇ ਕਾਰਨ ਕੀ ਆ ਕਿ ਸਾਰਾ ਕੁਝ ਹੋਣ ਦੇ ਬਾਵਜੂਦ ਮਨਪ੍ਰੀਤ ਬਾਦਲ ਹੁਣੀ ਇਸ ਸਮੇਂ ਦੇ ਵਿੱਚ ਇੱਕ ਨਿਰਵਿਵਾਦ ਲੀਡਰ ਨੇ। ਵੇਖੋ, ਨਾ ਤਾਂ ਉਹ ਨਵਜੋਤ ਸਿੱਧੂ ਦੇ ਹੱਕ 'ਚ ਬੋਲੇ ਨੇ, ਤੇ ਜਿਹੜੇ ਸੱਤਾ ਮੰਤਰੀਆਂ ਦੀ ਗੱਲ ਕਰ ਰਹੇ ਨਾ ਉਸ ਸੰਦਰਭ ਦੇ ਵਿੱਚ ਉਹ ਕੈਪਟਨ ਦੇ ਹੱਕ 'ਚ ਨਿਤਰੇ ਨੇ। ਉਹ ਬਿਲਕੁਲ ਸਾਇਲੈਂਸ ਨੇ, ਚੁੱਪ ਜਿਹੜੀ ਧਾਰੀ ਹੋਈ ਹੈ। ਔਰ ਚੁੱਪ ਜਿਹੜੀ ਹੁੰਦੀ ਆ, ਇਹ ਚੁੱਪ ਉਹੋ ਜਿਹੀ ਆ ਜਿਹੜੀ ਪ੍ਰਕਾਸ਼ ਸਿੰਘ ਬਾਦਲ ਧਾਰਦਾ ਹੁੰਦਾ ਕਿ ਜੋ ਹੁੰਦਾ ਹੋਈ ਜਾਵੇ, ਜੋ ਕਰਨਾ ਕਰੀ ਜਾਵੇ। ਦੇਖੋ, ਜਦੋਂ ਮਨਪ੍ਰੀਤ ਬਾਦਲ, ਪ੍ਰਗਟ ਸਿੰਘ, ਨਵਜੋਤ ਸਿੰਘ ਸਿੱਧੂ ਇਹ ਕਾਂਗਰਸ ਪਾਰਟੀ ਦੇ ਵਿੱਚ ਜਦੋਂ ਇਹਨਾਂ ਨੇ ਜੁਆਇਨ ਕੀਤਾ ਸੀ ਤਾਂ ਇਹਨਾਂ ਨੂੰ ਰਾਹੁਲ ਗਾਂਧੀ ਲੈ ਕੇ ਗਿਆ ਸੀ। ਔਰ ਰਾਹੁਲ ਗਾਂਧੀ ਨੇ ਬਠਿੰਡਾ ਸੀਟ ਵੀ ਜਿਹੜੀ ਇਹਨਾਂ ਦੇ ਸਿਰ ਤੇ ਜਿਹੜੀ ਉਡਾ ਖੇਡਿਆ। ਕਿਉਂਕਿ ਮੈਂ ਜਿਹੜੀ ਫਿਰ ਕਹਿ ਰਿਹਾ ਕਿ ਮਨਪ੍ਰੀਤ ਬਾਦਲ ਦਾ ਜਿਹੜਾ ਅਕਸ ਹੈ ਉਹ ਇੱਕ ਨਿਰਵਿਵਾਦ ਲੀਡਰ ਵਾਲਾ। ਉਹ ਠੀਕ ਹੈ, ਖਜ਼ਾਨਾ ਖਾਲੀ ਹੈ, ਸਾਰੀਆਂ ਗੱਲਾਂ ਹੋ ਸਕਦੀਆਂ ਨੇ, ਪਰ ਕਾਂਗਰਸ ਹਾਈ ਕਮਾਨ ਦੀਆਂ ਨਜ਼ਰਾਂ 'ਚ ਉਸ ਦੀ ਜਿਹੜੀ ਸਥਿਤੀ ਹੈ ਉਹ ਇਹੋ ਜਿਹੀ ਸਥਿਤੀ ਆ ਕਿ ਉਹ ਬੰਦਾ ਚੁੱਪ ਹੈ। ਔਰ ਉਹਨਾਂ ਨੂੰ ਇੱਕ ਵਫਾਦਾਰ ਬੰਦਾ ਜਿਹੜਾ ਚਾਹੀਦਾ, ਜਿਹੜਾ ਅੱਖਾਂ ਕਾਂਗਰਸ ਨੂੰ ਨਾ ਦਿਖਾ ਸਕਦਾ ਹੋਵੇ, ਕਾਂਗਰਸ ਹਾਈ ਕਮਾਨ ਨੂੰ ਅੱਖਾਂ ਨਾ ਦਿਖਾ ਸਕਦਾ ਹੋਵੇ। ਔਰ ਉਹਦੇ ਵਿੱਚ ਕੈਪਟਨ ਜਿਹੜੀ ਮਨਪ੍ਰੀਤ ਬਾਦਲ ਦੀ ਜਿਹੜੀ ਸਥਿਤੀ, ਉਹ ਕੁਝ ਰਾਹੁਲ ਗਾਂਧੀ ਨਾਲ ਉਸ ਨਾਲ ਦਾ ਜੋ ਆਪਸੀ ਮੇਲ ਮਿਲਾਪ ਹੈ ਉਹ ਇਸ ਗੱਲ ਤੇ ਦਰਸਾਉਂਦਾ ਆ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਇੱਕ ਸੀ ਪਲਾਨ ਹੋ ਸਕਦਾ ਕਿ ਜਿਹਦੇ ਉੱਤੇ ਹਾਈਕਮਾਨ ਵਿਚਾਰ ਕਰ ਰਹੀ ਹੈ। ਇਹ ਵੀ ਗੱਲ ਦਾ ਪਤਾ ਲੱਗਾ, ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਹਰੀਸ਼ ਰਾਵਤ ਨੂੰ ਭੇਜਿਆ, ਆਉਂਦੇ ਦਿਨਾਂ 'ਚ ਹੁਣ ਇਹ ਪਤਾ ਲੱਗਣ ਲੱਗਾ ਕਿ ਉਹਨਾਂ ਨੇ ਕੁਝ ਅਬਜ਼ਰਵਰ ਭੇਜਣੇ ਆ ਕਿ ਜਿਹੜੇ ਇਕੱਲੇ ਬੰਦੇ ਦੀ ਗੱਲ ਸੁਣਨਗੇ। ਮੇਰਾ ਕਹਿਣ ਦਾ ਅਰਥ ਆ ਕਿ ਕਾਂਗਰਸ ਹਾਈ ਕਮਾਨ ਕੋਲ ਸਭ ਤਰੁੱਪ ਦੇ ਪੱਤੇ ਜਿਹੜੇ ਹਨ ਉਹ ਹਨ। ਕਿਉਂਕਿ ਜੇਕਰ ਕਾਂਗਰਸ ਦਾ ਪ੍ਰਧਾਨ ਮਨਪ੍ਰੀਤ ਬਾਦਲ ਨੂੰ ਬਣਾ ਦਿੱਤਾ ਜਾਂਦਾ ਤਾਂ ਨਵਜੋਤ ਸਿੱਧੂ ਸ਼ਾਇਦ ਉਹਨਾਂ ਦਾ ਵਿਰੋਧ ਨਾ ਕਰਨ, ਕਿਉਂਕਿ ਉਹ ਨਿਰਵਿਵਾਦ ਲੀਡਰ ਨੇ। ਪੰਜਾਬ ਦੇ ਲੋਕਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਮੁਲਾਜ਼ਮ ਵਰਗ, ਉਹ ਤਾਂ ਕਦੇ ਵੀ ਕਿਸੇ ਤੋਂ ਸੰਤੁਸ਼ਟ ਨਹੀਂ ਹੋਇਆ। ਪਾਰਟੀਆਂ ਦੀ ਘੁਰਕੀ ਦੇ ਅੱਗੇ, ਹਾਈ ਕਮਾਨ ਦੀ ਘੁਰਕੀਆਂ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਹੁੰਦੀ। ਜੋ ਹੋਣਾ ਉਹ ਹੋਣਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਇੱਕ ਦਿਨ ਪਹਿਲਾਂ ਕਿ ਇਹ ਜਿਹੜੀ ਲੜਾਈ ਕੈਪਟਨ ਵਰਸਸ ਨਵਜੋਤ ਸਿੱਧੂ ਦੀ ਲੜਾਈ ਦੇ ਵਿੱਚ ਕੋਈ ਤੀਜਾ ਬੰਦਾ ਨਾ ਠਿੱਬੀ ਲਾ ਜੇ। ਉਹਨੂੰ ਠਿੱਬੀ ਲਾਉਣ ਦੇ ਵਿੱਚ ਠਿੱਬੀ ਲਾਉਣੀ ਜਾਂ ਨਹੀਂ ਲਾਉਣੀ, ਅਖੀਰ ਤਾਂ ਕਿਤੇ ਨਾ ਕਿਤੇ ਗੁਣਾ ਜਿਹੜਾ ਨਾ ਉਸ ਪਾਸੇ ਵਹੇਗਾ। ਕਿਉਂਕਿ ਦੇਖੋ, ਪ੍ਰਤਾਪ ਸਿੰਘ ਬਾਜਵੇ ਦਾ ਵਿਰੋਧ ਵੀ, ਰਮਨੀਤ ਬਿੱਟੂ ਦੀ ਆਪਣੀਆਂ ਕੁਝ ਸਿਆਸੀ ਚਾਲਾਂ ਨੇ, ਸੁਖਜਿੰਦਰ ਰੰਧਾਵਾ ਦੂਜੇ ਪਾਸੇ ਗਰੁੱਪ 'ਚ ਜਾ ਰਿਹਾ, ਔਰ ਸਾਰਿਆਂ ਦੇ ਵਿੱਚ ਨਵਜੋਤ ਸਿੱਧੂ ਟੌਪ ਤੇ ਹੈ। ਔਰ ਨਵਜੋਤ ਸਿੱਧੂ ਨੂੰ ਕਿਸੇ ਵੀ ਸੂਰਤ ਵਿੱਚ ਕੈਪਟਨ ਅਮਰਿੰਦਰ ਸਿੰਘ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ। ਸੋ ਇਹ ਇੱਕ ਕਾਂਗਰਸ ਹਾਈ ਕਮਾਨ ਦਾ ਇਹ ਵੀ ਇੱਕ ਪਲੈਨਿੰਗ ਜਿਹੜੀ ਹੈ ਇੱਕ ਹੋ ਸਕਦੀ ਕਿ ਚਲੋ ਕਿਸੇ ਮੁੱਦੇ ਤੇ ਮਸਲੇ ਨੂੰ ਜੇਕਰ ਹੱਲ ਕਰਦਾ। ਇਹ ਕੇਵਲ ਸੰਭਾਵਨਾ ਵਿਅਕਤ ਕੀਤੀਆਂ ਜਾ ਸਕਦੀਆਂ ਜਿਸ ਤਰੀਕੇ ਨਾਲ ਇਹ ਖਬਰਾਂ ਸਾਡੇ ਤੱਕ ਪਹੁੰਚਦੀਆਂ ਨੇ। ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਸੂਰਤ ਵਿੱਚ ਨਵਜੋਤ ਸਿੱਧੂ ਦੇ ਨਾਲ ਮਿਲ ਕੇ ਤੁਰਨ ਨੂੰ ਤਿਆਰ ਨਹੀਂ ਹੈ। ਜੇਕਰ ਕਾਂਗਰਸ ਹਾਈ ਕਮਾਨ ਨਵਜੋਤ ਸਿੱਧੂ ਦੇ ਹੱਕ ਵਿੱਚ ਭੁਗਤਦੀ ਹੈ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਧੜਾ ਜਿਹੜਾ ਹੈ ਉਹ ਇੱਕ ਵੱਖਰੀ ਪਾਰਟੀ ਬਣਾ ਸਕਦਾ। ਕਿਉਂਕਿ ਉਹਨਾਂ ਨੂੰ ਇਹ ਗੱਲ ਦਾ ਪਤਾ ਜਾਂ ਉਹ ਇਸ ਭੁਲੇਖੇ 'ਚ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਪਛਾਣ ਪੰਜਾਬ ਦੇ ਵਿੱਚ ਬਣੀ ਪਈ ਆ, ਤਾਂ ਉਹਨਾਂ ਨੂੰ ਕੇਡਰ ਜਿਹੜਾ ਕਾਡਰ ਹੈ ਮਜ਼ਬੂਤ ਕਰਨ ਦੀ ਕੋਈ ਲੋੜ ਨਹੀਂ। ਉਹਨਾਂ ਦਾ ਕਾਡਰ ਜਿਹੜਾ ਹੈ ਉਹ ਬਣਿਆ ਹੋਇਆ। ਪਰ ਦੂਸਰੇ ਪਾਸੇ ਗੱਲ ਹੈ, ਉਹ ਕਾਡਰ ਜਿਹੜਾ ਜੀ ਕੇਡਰ ਹੈ ਜਾਂ ਕਾਡਰ ਜਿਹੜਾ ਹੈ ਉਹ ਕਾਂਗਰਸ ਪਾਰਟੀ ਦਾ ਹੈ, ਕੈਪਟਨ ਅਮਰਿੰਦਰ ਸਿੰਘ ਦਾ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕੇਵਲ ਦੇਖੋ ਉਹਨਾਂ ਚਿਰ ਤੱਕ ਜਿੰਨਾ ਚਿਰ ਉਹ ਪੰਜਾਬ ਦਾ ਮੁੱਖ ਮੰਤਰੀ ਹੈ। ਤਾਂ ਕਰਕੇ ਲੋਕ ਉਹਦਾ ਕਾਂਗਰਸ ਪਾਰਟੀ ਤੇ, ਜਿੱਦਣ ਉਹ ਕਾਂਗਰਸ ਪਾਰਟੀ ਤੋਂ ਅਲੱਗ ਹੋ ਕੇ ਵਿਚਰਦੇ ਨੇ ਤਾਂ ਫਿਰ ਅਸਲ 'ਚ ਪਤਾ ਲੱਗੂਗਾ ਕਿ ਉਹਨਾਂ ਦੀ ਸਥਿਤੀ ਕੀ ਹੈ ਜਾਂ ਕਿਹੋ ਜਿਹੀ ਹੈ। ਸ਼ਾਇਦ ਇਹੋ ਹੀ ਕਾਰਨ ਆ ਕਿ ਇੰਨਾ ਵਿਰੋਧ ਹੋਣ ਦੇ ਬਾਵਜੂਦ ਨਵਜੋਤ ਸਿੱਧੂ ਨੇ ਕਿਤੇ ਵੀ ਇਹ ਸ਼ਬਦ ਨਹੀਂ ਵਰਤੇ ਕਿ ਮੈਂ ਕਾਂਗਰਸ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ 'ਚ ਜਾ ਰਿਹਾ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਜਿਸ ਦਿਨ ਨਵਜੋਤ ਸਿੱਧੂ ਨੇ ਪਾਰਟੀ ਛੱਡ ਦੀ ਉਸ ਦਿਨ ਉਸਦਾ ਆਧਾਰ
ਕੁਝ ਹੋਰ ਹੋਵੇਗਾ ਤਾਂ ਸਭ ਤੋਂ ਇਹੋ ਹੀ ਚੰਗਾ ਕਿ ਪਾਰਟੀ ਵਿੱਚ ਰਹਿ ਕੇ ਹੀ ਆਪਣਾ ਵਿਰੋਧ ਜਿਹੜਾ ਪ੍ਰਗਟ ਕੀਤਾ ਜਾਵੇ। ਸੋ ਅੱਜ ਦੇ ਸੰਦਰਭ 'ਚ ਜੋ ਸਾਡੇ ਕੋਲ ਜਾਣਕਾਰੀ ਮਿਲੀ ਸੀ ਉਹ ਅਸੀਂ ਆਪਣੇ ਦਰਸ਼ਕਾਂ ਨਾਲ ਇਹ ਸਾਂਝੀ ਕੀਤੀ ਆ। ਬਾਕੀ ਆਉਣ ਵਾਲੇ ਸਮੇਂ 'ਚ ਕੀ ਵਾਪਰਦਾ ਇਹ ਤਾਂ ਕੇਵਲ ਪਰਮਾਤਮਾ ਜਾਣਦਾ ਜਾਂ ਜਿਹੜੀ ਹਾਈਕਮਾਨ ਹੈ ਉਹ ਜਾਣਦੀ ਹੈ। ਬਿਲਕੁਲ। ਤਾਂ ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਅਹਿਮ ਖਬਰਾਂ ਤੇ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਜਿਹੜੀ ਸਾਨੂੰ ਦਿੱਤੀ ਹੈ। ਉਮੀਦ ਕਰਦੇ ਆ ਕਿ ਪ੍ਰੋਫੈਸਰ ਸਾਹਿਬ ਉਹਨਾਂ ਦੇ ਵਿਚਾਰ ਜਿਹੜੇ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।